ਸਤਿ ਸ਼੍ਰੀ ਅਕਾਲ। ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਯੋਂਡ ਦਾ ਵੇ। ਅੱਜ ਸਵੇਰੇ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆਈ ਤੇ ਪੁਲਿਸ ਹੀ ਨਹੀਂ ਸਗੋਂ ਪੁਲਿਸ ਦੇ ਆਲਾ ਅਧਿਕਾਰੀ ਯਾਨੀ ਕਿ ਡੀਜੀਪੀ ਗੌਰਵ ਯਾਦਵ ਵੀ ਪੂਰੀ ਤਰ੍ਹਾਂ ਐਕਸ਼ਨ ਦੇ ਵਿੱਚ ਆਏ ਕਿਉਂਕਿ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਤੇ ਲੁਧਿਆਣੇ ਦੀ ਜਿਹੜਾ ਸਰਚ ਆਪਰੇਸ਼ਨ ਹੋਇਆ ਉਹਦੀ ਅਗਵਾਈ ਖੁਦ ਡੀਜੀਪੀ ਗੌਰਵ ਯਾਦਵ ਕਰਦੇ ਨੇ ਤੇ ਉਧਰ ਅੰਮ੍ਰਿਤਸਰ ਦੇ ਵਿੱਚ ਵੀ ਸਰਚ ਆਪਰੇਸ਼ਨ ਆਲਾ ਅਧਿਕਾਰੀਆਂ ਦੀ ਨਿਗਰਾਨੀ ਦੇ ਹੇਠ ਕੀਤਾ ਗਿਆ। ਗਨ ਕਲਚਰ ਤੇ ਪਹਿਲਾਂ ਸਖਤੀ ਤੇ ਅੱਜ ਇਹ ਸਰਚ ਆਪਰੇਸ਼ਨ ਉਹਦਾ ਹੀ ਲੜੀਵਾਰ ਤੇ ਕੀ ਹੋਣੇ ਦੇ ਨਤੀਜੇ ਆਣਗੇ ਕਿ ਵਾਕਈ ਇਹ ਸਭ ਨਾਲ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਕਿ ਲੋਕਾਂ ਦਾ ਵਿਸ਼ਵਾਸ ਜਿੱਤ ਪਾਏਗੀ ਕਿ ਪੁਲਿਸ ਤੇ ਹੁਣ ਲੋਕ ਉਸ ਤਰੀਕੇ ਨਾਲ ਵਿਸ਼ਵਾਸ ਕਰ ਪਾਣਗੇ ਕਿਉਂਕਿ ਪਿਛਲੇ ਦਿਨੋਂ ਜਿਸ ਤਰੀਕੇ ਦੀਆਂ ਘਟਨਾ ਸਾਹਮਣੇ ਆਈਆਂ ਸੁਧੀਰ ਸੂਰੀ ਦਾ ਕਤਲ ਹੋਣਾ ਤੇ ਫਿਰ ਪ੍ਰਦੀਪ ਕੁਮਾਰ ਦਾ ਕਤਲ ਹੋਣਾ ਤੇ ਫਿਰ ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਵੀ ਕਤਲ ਹੋਣਾ ਤੇ ਕੀ ਉਸ ਤੋਂ ਬਾਅਦ ਹੁਣ ਫਿਰ ਇਸ ਲੋਕ ਦੁਬਾਰਾ ਪੰਜਾਬ ਪੁਲਿਸ ਤੇ ਉਸ ਤਰੀਕੇ ਨਾਲ ਭਰੋਸਾ ਕਰਨ ਕਾਮਯਾਬ ਰਹਿਣਗੇ ਕਿ ਨਹੀਂ ਉਹ ਦੇਖਣਾ ਹੋਏਗਾ। ਪਰ ਹੁਣ ਅੱਜ ਦੇ ਸਰਚ ਆਪਰੇਸ਼ਨ ਤੇ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜਨਗੇ ਪ੍ਰੋਫੈਸਰ ਮਨਜੀਤ ਸਿੰਘ ਜੀ ਤੇ ਨਾਲ ਹੀ ਆਮ ਆਦਮੀ ਪਾਰਟੀ ਤੋਂ ਐਡਵੋਕੇਟ ਸ਼ਸ਼ੀਵੀਰ ਜੀ। ਆਓ ਦੋਨਾਂ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ ਕਿਵੇਂ ਦੇਖਦੇ ਹੋ ਸ਼ੁਰੂਆਤ ਤੁਹਾਡੇ ਤੋਂ ਸਰਚ ਆਪਰੇਸ਼ਨ ਗੌਰਵ ਯਾਦਵ ਜੀ ਦਾ ਬਿਲਕੁਲ ਲੀਡ ਕਰਨਾ ਇੱਕ ਵਧੀਆ ਸੁਨੇਹਾ? ਇਹ ਸਰਚ ਆਪਰੇਸ਼ਨ ਤੋਂ ਇੰਜ ਲੱਗਦਾ ਵੀ ਜਿਵੇਂ ਪੁਲਿਸ ਕਿਸੇ ਦੂਸਰੇ ਪਲੈਨਟ ਤੋਂ ਆਈ ਹੋਵੇ ਤੇ ਉਹਨੂੰ ਪੰਜਾਬ ਬਾਰੇ ਕੁਛ ਨਾ ਪਤਾ ਹੋਵੇ, ਉਹ ਫਿਰ ਇੱਧਰ ਉੱਧਰ ਅਚਾਨਕ ਘਰੋਂ ਘਰੀ ਜਾ ਕੇ ਹੁਣ ਇਸ ਗੱਲ ਦਾ ਪਤਾ ਲਾਉਣ ਲੱਗੀ ਹੈ ਕਿ ਉਹ ਦੇਖੋ ਜਿਵੇਂ ਤੁਸੀਂ ਫੋਟੋਆਂ ਦਿਖਾ ਰਹੇ ਆ ਕਿ ਉਹਦੇ ਬੈੱਡ 'ਚ ਕੀ ਆ, ਉਹਦੇ ਬਾਥਰੂਮ 'ਚ ਕੀ ਆ, ਕਿੱਥੇ ਕੀ ਪਿਆ। ਇਹ ਬਿਨਾਂ ਮਤਲਬ ਤੋਂ ਇੱਕ ਵੱਡੇ ਪੱਧਰ ਦੇ ਉੱਤੇ ਤੁਸੀਂ ਸਰਚ ਆਪਰੇਸ਼ਨ, ਹਾਂ ਇਹ ਵੀ ਪਤਾ ਲੱਗ ਰਿਹਾ ਆ ਜੋ ਖਬਰਾਂ ਤੋਂ ਸੁਣਨ ਚ ਆ ਰਿਹਾ ਕਿ ਕੁਝ ਜਿਹੜੇ ਨੋਨ ਅੱਡੇ ਆ ਜਾਂ ਨੋਨ ਵਲਨਰੇਬਲ ਪੁਆਇੰਟ ਆ ਖਾਸ ਕਰਕੇ ਡਰੱਗ ਲਈ ਜਾਂ ਮਾਫੀਆ ਦਾ ਜਾਂ ਹੋਰ ਗੈਂਗਸਟਰ ਦਾ, ਉੱਥੇ ਵੀ ਸਰਚ ਹੋ ਰਹੀ ਹੈ। ਇਹ ਪੁਲਿਸ ਦਾ ਇਸ ਤਰੀਕੇ ਨਾਲ ਤੁਹਾਨੂੰ ਪਤਾ ਅੱਗੇ ਵੀ ਇੱਕ ਵਾਰੀ ਜਦੋਂ ਇੱਥੇ ਗ੍ਰਨੇਡ ਦਾ ਸੁੱਟਿਆ ਗਿਆ ਸੀਗਾ, ਇੱਥੇ ਦੇ ਸਿਕਿਉਰਿਟੀ ਦੇ ਵਿਜੀਲੈਂਸ ਦੇ ਡਿਪਾਰਟਮੈਂਟ ਦੇ ਮੋਹਾਲੀ ਦੇ ਵਿੱਚ ਕੋਈ ਗ੍ਰਨੇਡ ਦਫ਼ਤਰ ਸੁੱਟਿਆ ਗਿਆ ਤੇ ਉਦੋਂ ਸਰਚ ਆਪਰੇਸ਼ਨ ਇਸੇ ਤਰ੍ਹਾਂ ਦਾ ਹੋਇਆ ਸੀ। ਉਦੋਂ ਬਾਅਦ ਤੇ ਕਿੱਡੇ ਵੱਡੇ ਐਕਸ਼ਨ ਹੋਏ ਆ, ਸੂਰੀ ਦਾ ਵੀ ਉਹੀ ਹੋਇਆ ਤੇ ਡੇਰਾ ਸੱਚੇ ਸੌਦੇ ਵਾਲੇ ਦਾ ਵੀ ਹੁਣੇ ਹੀ ਉਦੋਂ ਬਾਅਦ ਹੀ ਇਹ ਸਾਰੇ ਐਕਸ਼ਨ ਹੋਏ ਆ ਜੀ। ਮੈਨੂੰ ਇਹ ਓਵਰਆਲ ਲੱਗਦਾ ਆ ਕਿ ਅਸਲ ਮਾਨਿਆਂ ਦੇ ਵਿੱਚ ਹੋਮ ਮਿਨਿਸਟਰ ਅਮਿਤ ਸ਼ਾਹ ਉਹਨਾਂ ਨੇ ਐਨ ਸਿਗਨਲ ਕਲੀਅਰਲੀ ਦੇਤਾ, ਅੱਜ ਆ ਵੀ ਗਿਆ ਮੀਡੀਆ 'ਚ ਇਹ ਗੱਲ ਆ ਗਈ ਆ ਕਿ ਜਾਂ ਤੇ ਘਰ ਸੰਭਾਲੋ ਨਹੀਂ ਤੇ ਫਿਰ ਤੁਸੀਂ ਪਰਾਂ ਹੋ ਜਾਓ, ਅਸੀਂ ਸੰਭਾਲਾਂਗੇ। ਉਸ ਦੀ ਜਿਹੜੀ ਇਹ ਥੋੜੀ ਤਾੜਨਾ ਵੀ ਸਮਝ ਲਓ ਤੇ ਦਬਾਅ ਵੀ ਸਮਝ ਲਓ, ਉਸ ਨੇ ਪੁਲਿਸ ਨੂੰ ਹਰਕਤ ਵਿੱਚ ਲਿਆਂਦਾ ਆ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਪੁਲਿਸ ਦੀ ਲਗਾਤਾਰ ਛਵੀ ਆਪਣੀ ਵੀ ਖਰਾਬ ਹੋ ਰਹੀ ਹੈ। ਜਿਵੇਂ ਜੇਲ੍ਹਾਂ ਦੇ ਅੰਦਰ ਇਹ ਸਭ ਖੁਦ ਨਾਰਕੋਟਿਕਸ ਜਿੰਨੇ ਕਿਸਮ ਦੇ ਭੇਜ ਰਹੇ ਆ ਜਾਂ ਹੋਰ ਫੋਨ ਭੇਜ ਰਹੇ ਆ, ਸਾਰਾ ਕੁਝ ਉਹਨਾਂ ਦੇ ਬੰਦੇ ਆਪਣੇ ਫੜੇ ਜਾ ਰਹੇ ਆ। ਇਹ ਖਬਰਾਂ ਲਗਾਤਾਰ ਦਿੱਲੀ ਵੀ ਪਹੁੰਚਦੀਆਂ, ਹੋਮ ਮਿਨਿਸਟਰੀ ਕੋਲ ਜਾਂਦੀਆਂ। ਇਸ ਲਈ ਇਹ ਜਿਹੜਾ ਹਰਕਤ 'ਚ ਆਉਣਾ ਉਹ ਮੈਨੂੰ ਇੰਝ ਲੱਗਦਾ ਕਿ ਜਿਵੇਂ ਦਿੱਲੀ ਦੀ ਉਸ ਤਾੜਨਾ ਦਾ ਜਵਾਬ ਤੇ ਹੋ ਸਕਦਾ ਆ, ਪਰ ਇੱਥੇ ਕਿੰਨੇ ਕੁ ਹਥਿਆਰ ਗੈਰ ਕਾਨੂੰਨੀ ਫੜੇ ਜਾਣਗੇ, ਕਿੰਨੇ ਕੁ ਗੈਰ ਕਾਨੂੰਨੀ ਕੰਮ ਹਟ ਜਾਣਗੇ, ਕਿੰਨੇ ਕੁ ਗੈਂਗਸਟਰ ਫੜੇ ਜਾਣਗੇ ਤੇ ਕਿੰਨਾ ਕੁ ਤੁਸੀਂ ਡਰੱਗ ਮਾਫੀਆ ਨੂੰ ਨਕੇਲ ਪਾ ਲਓਗੇ, ਇਹ ਤੇ ਅਜੇ ਵੀ ਇਹਦੇ ਸਾਰੇ ਆਪਰੇਸ਼ਨ ਤੋਂ ਬਾਅਦ ਤੁਹਾਡੇ ਸਾਹਮਣੇ ਆਪ ਹੀ ਆ ਜਾਊਗਾ ਕਿ ਕਿੱਥੋਂ ਤੱਕ ਇਹਦੇ ਵਿੱਚ ਕੀ ਕਾਮਯਾਬੀ ਮਿਲੀ। ਬਿਲਕੁਲ ਸ਼ਸ਼ੀਵੀਰ ਜੀ ਕਿਵੇਂ ਦੇਖਦੇ ਹੋ ਤੁਸੀਂ ਪਹਿਲੀ ਪ੍ਰਤੀਕਿਰਿਆ ਤੇ ਨਾਲ ਮਨਜੀਤ ਸਿੰਘ ਨੇ ਜੋ ਕਿਹਾ ਉਸ ਨੂੰ ਕਿਵੇਂ ਦੇਖਦੇ ਹੋ? ਜੀ ਬਿਲਕੁਲ ਪੰਜਾਬ ਦੇ ਵਿੱਚ ਜਿਹੜਾ ਸਪੈਸ਼ਲ ਸਰਚ ਆਪਰੇਸ਼ਨ ਚੱਲਿਆ ਹੈ, ਚਾਹੇ ਮੋਹਾਲੀ ਦੀ ਗੱਲ ਕਰ ਲਈਏ, ਚਾਹੇ ਅਸੀਂ ਲੁਧਿਆਣੇ ਦੀ, ਚਾਹੇ ਅੰਮ੍ਰਿਤਸਰ ਦੀ, ਹੁੰਦਾ ਕੀ ਹੈ ਕਿ ਬੇਸਿਕਲੀ ਜਦੋਂ ਵੀ ਇਹੋ ਜਿਹਾ ਕੋਈ ਸਰਚ ਆਪਰੇਸ਼ਨ ਹੁੰਦਾ ਹੈ ਤਾਂ ਉਹਦੇ ਨਾਲ ਡੈਫੀਨੇਟਲੀ ਜਿਹੜੇ ਲੋਕ ਜਿਹੜਾ ਕ੍ਰਾਈਮ ਕਰਕੇ ਬੈਠੇ ਹੋਏ ਨੇ, ਦੋ ਚੀਜ਼ਾਂ ਨੇ। ਇੱਕ ਕ੍ਰਾਈਮ ਕਰਦਾ ਹੈ, ਕ੍ਰਾਈਮ ਕਰਨ ਤੋਂ ਬਾਅਦ ਕੋਈ ਕਿਸੇ ਨੂੰ ਸ਼ਰਨ ਵੀ ਦਿੰਦਾ, ਜਿਹਨੂੰ ਹਾਰਬਰਿੰਗ ਵੀ ਕਹਿੰਦੇ, ਜਿਹਨੂੰ ਆਪਾਂ ਉਹ ਰੱਖਦਾ ਹੈ ਆਪਦੇ ਕੋਲ, ਉਹ ਵੀ ਕਿਤੇ ਨਾ ਕਿਤੇ ਚਾਹੇ ਇਲੀਗਲ ਤੁਸੀਂ ਜਿਹੜੇ ਰੈਂਟ ਦੇ ਵਿੱਚ ਵੀ ਜਾਂਦੇ ਨੇ ਕੋਈ ਕਿਤੇ, ਉਹ ਵੀ ਆਪ ਤੁਸੀਂ ਦੇਖੋਗੇ ਕਿ ਜਿਹੜੀ ਪੁਲਿਸ ਦਾ ਜਿਹੜਾ ਪ੍ਰੋਸੀਜਰ ਆ ਜਾਂ ਸਰਕਾਰ ਦੀ ਹਦਾਇਤਾਂ ਨੇ ਕਿ ਜਿਹੜਾ ਤੁਹਾਡੇ ਕੋਲ ਕਿਰਾਏਦਾਰ ਰਹਿ ਰਿਹਾ ਉਹਦਾ ਵੀ ਪੁਲਿਸ ਦੇ ਕੋਲ ਵੈਰੀਫਿਕੇਸ਼ਨ ਹੋਵੇ, ਉਹ ਵੀ ਕਾਫੀ ਹੱਦ ਤੱਕ ਉਹ ਵੀ ਦੇਖਿਆ ਕਾਫੀ ਜਗ੍ਹਾ ਤੇ ਨਹੀਂ ਮਿਲੀਆਂ। ਸੋ ਆਉਣ ਵਾਲੇ ਟਾਈਮ ਦੇ ਜਿਵੇਂ ਵੀ ਚਾਹੇ ਨਸ਼ਾ ਤਸਕਰ ਨੇ ਉਹਨਾਂ ਦੇ ਉੱਪਰ ਵੀ ਲਗਾਮ ਕੱਸੀ ਜਾਏਗੀ ਤੇ ਆਪਰੇਸ਼ਨ ਦੇ ਨਾਲ ਜਿਹੜੇ ਵੀ ਚਾਹੇ ਕੋਈ ਨੌਜਵਾਨ ਹੈ, ਚਾਹੇ ਉਹ ਗਲਤ ਕੰਮ ਰਸਤੇ ਦੇ ਵਿੱਚ
ਫਸੇ ਹੋਏ ਨੇ ਜਾਂ ਕਿਤੇ ਇਲੀਗਲ ਅੱਡਿਆਂ ਵਿੱਚ ਰੁਕ ਕੇ ਬੈਠੇ ਹੋਏ ਨੇ। ਸੋ ਕਿਤੇ ਨਾ ਕਿਤੇ ਹਰੇਕ ਦੇ ਉੱਪਰ ਬਿਲਕੁਲ ਚੋਟ ਹੈਗੀ ਹੈ, ਕਿਉਂਕਿ ਪੂਰੇ ਤੁਸੀਂ ਦੇਖੋਗੇ ਕਿ ਸਰ ਇੱਕ ਵਾਰੀ ਪਹਿਲਾਂ ਵੀ ਜਦੋਂ ਡੀਜੀਪੀ ਸਾਹਿਬ ਜੋ ਨਵੇਂ ਬਣੇ ਸੀਗੇ, ਉਦੋਂ ਵੀ ਇੱਕ ਸਰਚ ਆਪਰੇਸ਼ਨ ਚੱਲਿਆ ਸੀਗਾ ਥਰੂਆਊਟ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ। ਉਦੋਂ ਵੀ ਨੰਬਰ ਆਫ FIRs ਰਜਿਸਟਰ ਹੋਈਆਂ ਸੀਗੀਆਂ, ਰਿਕਵਰੀ ਵੀ ਹੋਈ ਸੀਗੀ। ਸੋ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਵੀ ਬਣਦੀ ਹੈ। ਸੋ ਪੰਜਾਬ ਪੁਲਿਸ ਉਹਦੇ ਤੇ ਆਪਣਾ ਕੰਮ ਕਰ ਰਹੀ ਹੈ, ਤੇ ਜੋ ਸਰਚ ਆਪਰੇਸ਼ਨ ਦੇ ਰਿਜ਼ਲਟਸ ਨੇ, ਜੋ ਸਿੱਟੇ ਨੇ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਹਮਣੇ ਆਉਣਗੇ। ਕਿਉਂਕਿ ਡੈਫੀਨੇਟਲੀ ਜਿਹੜੇ ਵੀ ਲੁੱਕੇ ਬੈਠੇ ਨੇ, ਚਾਹੇ ਪੰਜਾਬ ਦੇ ਵਿੱਚ ਜਿਹੜੇ, ਚਾਹੇ ਮੋਹਾਲੀ ਹੈ ਜਾਂ ਲੁਧਿਆਣਾ, ਕਿਤੇ ਵੀ ਜਿਹੜਾ ਵੀ ਕੋਈ ਕ੍ਰਾਈਮ ਕਰਕੇ ਭੱਜ ਰਿਹਾ ਹੈ, ਸੋ ਉਹਦੇ ਉੱਤੇ ਬਿਲਕੁਲ ਲਗਾਮ ਕੱਸੀ ਜਾਏਗੀ। ਕਿਉਂਕਿ ਪੁਲਿਸ ਤਾਂ ਆਲਰੇਡੀ ਹਰਕਤ ਵਿੱਚ ਆਈ ਹੈ। ਤੁਸੀਂ ਦੇਖੋ ਮਾਨ ਸਾਹਿਬ ਨੇ, ਗ੍ਰਹਿ ਵਿਭਾਗ ਨੇ ਆਲਰੇਡੀ ਸਾਰਿਆਂ ਨੂੰ ਆਦੇਸ਼ ਦਿੱਤੇ ਸੀਗੇ ਬੀਤੇ ਦਿਨੀ, ਚਾਹੇ ਗਨ ਕਲਚਰ ਦੇ ਉੱਪਰ, ਚਾਹੇ ਕੋਈ ਜਿਹੜੇ ਜਿਨ੍ਹਾਂ ਕੋਲ ਆਰਮਸ ਲਾਇਸੈਂਸ ਨੇ, ਉਹ ਵੀ ਰਿਵਿਊ ਕਰਨ ਜਾ ਰਹੀ ਹੈ ਪੰਜਾਬ ਪੁਲਿਸ, ਤਾਂ ਕਿ ਕੋਈ ਵੀ ਇਲੀਗਲ ਡਾਕੂਮੈਂਟਸ ਦੇ ਨਾਲ ਕਿਸੇ ਨੇ ਆਪਣਾ ਲਾਇਸੈਂਸ ਨਾ ਬਣਾਇਆ ਹੋਵੇ। ਦੂਸਰਾ, ਅਗਰ ਕਿਸੇ ਦੇ ਕੋਈ ਕ੍ਰਿਮੀਨਲ ਰਿਕਾਰਡ ਹੈ ਜਾਂ ਉਹਨੇ ਮਿਸਯੂਜ਼ ਕੀਤਾ ਹੋਇਆ, ਉਹਨਾਂ ਦੇ ਲਾਇਸੈਂਸ ਦੇ ਉੱਤੇ ਅੱਗੇ ਕਟੌਤੀ ਕੀਤੀ ਜਾ ਸਕਦੀ ਹੈ। ਸੋ ਪੁਲਿਸ ਆਪ ਦੀ ਹਰਕਤ ਵਿੱਚ ਆਈ ਹੋਈ ਹੈ। ਇੱਕ ਚੀਜ਼ ਸਰ ਕੰਪਲੀਟ ਸੀਗੀ, ਜਦੋਂ ਵੀ ਮਾਨ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ, ਦੋ ਚੀਜ਼ਾਂ ਆਈਆਂ ਹੈ, ਸਰਕਾਰ ਨੂੰ ਚੁਣੌਤੀ ਵੀ ਨਾਲ ਹੀ ਮਿਲੀ ਹੈ, ਚਾਹੇ ਡਰੱਗਸ ਦੀ ਸੀਗੀ, ਚਾਹੇ ਗੈਂਗਸਟਰ ਸਿਸਟਮ ਦੀ ਸੀਗੀ। ਸੋ ਹਰ ਚੀਜ਼ ਦੇ ਵਿੱਚ, ਕਿਉਂਕਿ ਇਹਨਾਂ ਦੇ ਵਿੱਚ ਮਨੀ ਫਲੋ ਬਹੁਤ ਜ਼ਿਆਦਾ ਹੈ, ਜਿਹਦੇ ਨਾਲ ਲੰਬੀ ਤਾਦਾਦ 'ਚ ਲੋਕ ਇਹਦੇ ਨਾਲ ਜੁੜਦੇ ਰਹੇ। ਸੋ ਉਹਨੂੰ ਤੋੜਨ ਵਾਸਤੇ ਮਾਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਤੇ ਪੰਜਾਬ ਪੁਲਿਸ ਵੀ ਉਹਦੇ ਤੇ ਕੰਮ ਕਰ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਹਦੇ ਰਿਜ਼ਲਟਸ ਦੇਖਣ ਨੂੰ ਮਿਲਣਗੇ। ਜੀ ਪ੍ਰੋਫੈਸਰ ਸਾਹਿਬ, ਅਗਰ ਤੁਹਾਡੀ ਗੱਲ ਕਰੀਏ, ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਪਰ ਇੱਕ ਇਹਨੂੰ ਸਿੰਬੋਲਿਕ ਤਾਂ ਕਹਿ ਸਕਦੇ ਨੇ, ਇੱਕ ਮੈਸੇਜ ਤਾਂ ਜਾ ਸਕਦਾ ਹੈ ਕਿ ਹਾਂ ਜਿਹੜੇ, ਕਿਉਂਕਿ ਵਾਕਈ ਗੱਲ ਸਹੀ ਹੈ, ਕੋਈ ਵੱਡੀ ਗੱਲ ਨਹੀਂ, ਪੁਲਿਸ ਵਾਲਿਆਂ ਨੂੰ ਨਹੀਂ ਪਤਾ ਵੀ ਕਿਹੜੇ ਘਰ 'ਚ ਕੀ ਪਿਆ, ਪਰ ਜਦੋਂ ਇਸ ਤਰੀਕੇ ਦਾ ਜਦੋਂ ਸਰਚ ਆਪਰੇਸ਼ਨ ਹੁੰਦਾ ਹੈ, ਵੱਡੀ ਤਾਦਾਦ ਦੇ ਵਿੱਚ ਪੁਲਿਸ ਇੱਕਦਮ ਘੇਰ ਲੈਂਦੀ ਹੈ, ਤੇ ਖੁਦ DGP ਉਹਨੂੰ ਲੀਡ ਕਰਦੇ ਨੇ। ਇਹਦੇ ਨਾਲ ਪੁਲਿਸ ਦੇ ਜਿਹੜੇ ਹੈਗੇ ਨੇ ਅਧਿਕਾਰੀ, ਉਹਨਾਂ ਦੇ ਅੰਦਰ ਵੀ ਕੌਨਫੀਡੈਂਸ ਜਾਊਗਾ, ਤੇ ਲੋਕਾਂ ਦੇ ਵਿੱਚ ਵਿਸ਼ਵਾਸ ਨਹੀਂ ਪੈਦਾ ਹੋਊਗਾ, ਤੇ ਡਰ ਦਾ ਮਾਹੌਲ ਉਹ ਗੈਂਗਸਟਰ ਤੇ ਉਹ ਜਿਹੜੇ ਨਸ਼ਾ ਵਪਾਰੀ ਨੇ, ਨਸ਼ਾ ਤਸਕਰ ਨੇ, ਉਹਨਾਂ ਦੇ ਵਿੱਚ ਵੀ ਜਾਊਗਾ, ਜਿੱਥੇ ਤੱਕ ਮੈਨੂੰ ਲੱਗਦਾ। ਤੇ ਦੂਜਾ, ਜਿਵੇਂ ਤੁਸੀਂ ਅਮਿਤ ਸ਼ਾਹ ਦੀ ਗੱਲ ਕੀਤੀ, ਨਹੀਂ ਤੁਹਾਨੂੰ ਕੋਈ ਬਹੁਤਾ ਠੀਕ ਨਹੀਂ ਇਹ ਲੱਗਦਾ। ਦੇਖੋ, ਇਹ ਕੋਈ ਅਚਾਨਕ ਨਸ਼ਾ ਨਹੀਂ ਇੱਥੇ ਆਉਣਾ ਸ਼ੁਰੂ ਹੋਇਆ। ਬਿਲਕੁਲ, ਇਹ ਵੈਲ ਆਇਲਡ ਸਿਸਟਮ ਹੈਗਾ, ਗੈਂਗਸਟਰਾਂ ਦਾ ਵੀ, ਤਸਕਰਾਂ ਦਾ ਵੀ, ਤੇ ਨਸ਼ੇ ਤਸਕਰਾਂ ਦਾ ਵੀ। ਔਰ ਇਹ ਸਿਸਟਮ 25-30 ਸਾਲ ਤੋਂ ਇਵੋਲਵ ਹੋਇਆ। ਉਹ ਹੌਲੀ ਹੌਲੀ ਵੱਧਦਾ ਕੈਂਸਰ ਵਾਂਗੂ ਘਰ ਘਰ ਤੱਕ ਜਾ ਪਹੁੰਚਾਇਆ। ਅੱਜ ਹਾਲਾਤ ਇਹ ਹੈ ਕਿ ਲੋਕ ਖੁਦ ਵੀਡੀਓ ਬਣਾ ਕੇ, ਠੀਕਰੀ ਪੈਰਾ ਲਾ ਕੇ ਬੰਦਿਆਂ ਦੀ ਤਹਿਕੀਕਾਤ ਵੀ ਕਰਦੇ ਆ, ਪਛਾਣਦੇ ਵੀ ਆ, ਪੁਲਿਸ ਨੂੰ ਦਿੰਦੇ ਵੀ ਹੈਗੇ ਆ। ਉਹਦੇ ਬਾਵਜੂਦ ਕੁਝ ਨਹੀਂ ਹੋ ਰਿਹਾ। ਨਸ਼ਾ ਵਧਿਆ, ਰੋਜ਼ ਨਸ਼ਾ ਪੰਜਾਬ ਦੇ ਵਿੱਚ ਅਜੇ ਕਿਸੇ ਵੀ ਕਿਸਮ ਦੀ ਲਗਾਮ ਨਹੀਂ ਪਈ। ਬਿਲਕੁਲ, ਜਿਵੇਂ ਇਹ ਹੁਣੇ ਕਹਿ ਰਹੇ ਸੀਗੇ ਸ਼ਸ਼ੀ ਵੀਰ ਜੀ ਕਿ ਦੇਖੋ, ਅਸੀਂ ਪਹਿਲਾਂ ਵੀ ਇੱਕ ਵਾਰੀ ਇਸ ਤਰ੍ਹਾਂ ਦਾ ਕੀਤਾ ਸੀਗਾ। ਇਹਦੋਂ ਇਹ ਨਹੀਂ, ਇਹਨਾਂ ਨੇ ਨਹੀਂ ਕੀਤਾ। ਅਕਾਲੀ ਦਲ ਨੇ 30-40 ਹਜ਼ਾਰ ਛੋਟੇ ਮੋਟੇ ਬੰਦੇ ਫੜ ਕੇ ਜੇਲ੍ਹ 'ਚ ਦੇ ਦਿੱਤੇ ਸੀਗੇ, ਇਸੇ ਗੱਲ ਦੇ ਡਰ ਤੋਂ ਕਿ ਦੇਖੋ ਜੀ, ਪੰਜਾਬ ਦੇ ਅੰਦਰ ਜੇ ਤੁਸੀਂ ਰਾਜਨੀਤੀ ਦੇ ਵਿੱਚ ਟਿਕੇ ਰਹਿਣਾ, ਤੇ ਇਸ ਗੱਲ ਦਾ ਤੇ ਕੋਈ ਤੇ ਲੋਕਾਂ ਨੂੰ ਜਵਾਬਦੇਹੀ ਹੈਗੀ ਹੈ, ਤੇ ਕੁਝ ਤੇ ਆਪਾਂ ਨੂੰ ਲੋਕਾਂ ਨੂੰ ਭਰੋਸਾ ਦਿਵਾਉਣਾ ਪਊ ਕਿ ਅਸੀਂ ਐਕਸ਼ਨ ਕਰ ਰਹੇ ਹਾਂ। ਜਦੋਂ ਆਈ ਕੈਪਟਨ ਦੀ ਸਰਕਾਰ, ਕਿਉਂਕਿ ਕਸਮਾਂ ਤੇ ਉਹਨਾਂ ਨੇ ਵੀ ਖਾਧੀਆਂ ਸੀ, 40-50-60 ਹਜ਼ਾਰ ਉਹਨਾਂ ਨੇ ਵੀ ਅੰਦਰ ਦੇ ਦਿੱਤੇ, ਪਰ ਨਸ਼ਾ ਘਟ ਗਿਆ। ਇਹ ਹੈਗੀ ਆ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ। ਲੋਕਾਂ ਨੂੰ ਇਹ ਦੱਸਣ ਲਈ ਕਿ ਦੇਖੋ ਜੀ, ਅਸੀਂ ਤਾਂ ਬਹੁਤ ਐਕਸ਼ਨ ਕੀਤਾ, ਘਰ ਘਰ ਜਾ ਕੇ ਦੇਖੋ, ਆਪ DGP ਸਾਹਿਬ ਗਏ, SSP ਗਏ, ਪੂਰਾ ਪੰਜਾਬ ਹਰਕਤ ਵਿੱਚ ਆ ਗਿਆ। ਭਗਵੰਤ ਮਾਨ ਜੀ ਨੇ ਵੀ ਬੜੀਆਂ ਮੀਟਿੰਗਾਂ ਕੀਤੀਆਂ, ਇਹ ਵੀ ਹੋ ਗਿਆ, ਉਹ ਵੀ ਹੋ ਗਿਆ। ਦੇਖੋ, ਜੇ ਤੁਸੀਂ ਸੀਰੀਅਸ ਹੈ, ਸਭ ਤੋਂ ਪਹਿਲੀ ਗੱਲ ਹੈ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹੜੇ ਪਿੰਡ 'ਚ ਕਿੰਨਾ ਨਸ਼ਾ ਵਿਕ ਰਿਹਾ। ਕੀ ਸਾਡੇ ਕੋਲ ਕੋਈ ਬਲੂਪ੍ਰਿੰਟ ਹੈ? ਹਵਾ 'ਚ ਤਲਵਾਰਾਂ ਮਾਰੀ ਜਾਵਾਂਗੇ, ਹਨੇਰੇ 'ਚ ਹੀ ਆਪਣੇ ਤੀਰ ਛੱਡੀ 'ਚ ਤੋਰੇ ਜਾਵਾਂਗੇ, ਕਿਤੇ ਕਵਾਂਗੇ ਨਿਸ਼ਾਨੇ ਤੇ ਲੈ ਕੇ ਅਸੀਂ ਬਹੁਤ ਕੁਝ ਕਰ ਲਾਂਗੇ। ਸਾਰੀਆਂ ਰਿਪੋਰਟਾਂ ਅਸਲ ਮਾਇਨਿਆਂ 'ਚ ਵਿਜੀਲੈਂਸ ਰਾਹੀਂ, ਇੰਟੈਲੀਜੈਂਸ ਰਾਹੀਂ, ਪੁਲਿਸ ਦੇ ਥਾਣਿਆਂ ਰਾਹੀਂ ਸਾਰਿਆਂ ਨੂੰ ਸਾਰਾ ਪਤਾ ਹੁੰਦਾ। ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਇਸ ਗੱਲ ਦਾ, ਜੇ ਤੁਸੀਂ ਇਹ ਸੋਚਦੇ ਹੋ ਕਿ ਜਿਹੜੇ ਤਸਕਰ ਹੈਗੇ ਉਹ ਬਿਨਾਂ ਇਜਾਜ਼ਤ ਤੋਂ, ਬਿਨਾਂ ਪੁਲਿਸ ਦੀ ਨੌਲੇਜ ਤੋਂ, ਬਿਨਾਂ ਅਫਸਰਾਂ ਦੀ ਨੌਲੇਜ ਤੋਂ ਇੱਥੇ ਨਸ਼ਾ ਵੇਚ ਰਿਹਾ, ਇਹ ਬਿਲਕੁਲ ਮੰਨਣ ਵਾਲੀ ਗੱਲ ਨਹੀਂ ਹੈਗੀ। ਬਿਲਕੁਲ, ਕਿੰਨੇ ਬੰਦੇ, ਉਹਨਾਂ ਦਾ ਕਿੰਨਾ ਫਾਇਦਾ ਕੌਣ ਲੈਂਦਾ, ਇਹ ਸਾਰਿਆਂ ਨੂੰ ਕਿੰਨੀ ਵਾਰੀ ਤੁਹਾਡੇ ਸਾਹਮਣੇ ਆਇਆ, ਤੇ ਹੋਰ ਵੀ ਆਉਂਦਾ ਰਹੂਗਾ। ਇਸ ਲਈ ਜੇ ਤੇ ਨਸ਼ਾ ਖਤਮ ਕਰਨਾ, ਇਹ ਸਾਡੀ ਸਰਕਾਰ ਨੂੰ ਬੇਨਤੀ ਹੈ
ਕਿ ਸਭ ਤੋਂ ਪਹਿਲਾਂ ਇੱਕ ਸਟੱਡੀ ਪੀਜੀਆਈ ਨੇ ਵੀ ਕੀਤੀ ਸੀ, ਇਹ ਆਪਣੀ ਪੰਚਾਇਤਾਂ ਦੀ ਮਦਦ ਦੇ ਨਾਲ, ਹੋਰਨਾਂ ਆਪਣੀਆਂ ਏਜੰਸੀਆਂ ਦੀ ਮਦਦ ਦੇ ਨਾਲ ਸਭ ਤੋਂ ਪਹਿਲਾਂ ਕਿ ਪ੍ਰੋਬਲਮ ਹੈ ਕਿੱਡੀ, ਕਿੱਥੋਂ ਤੱਕ ਫੈਲੀ ਆ, ਕਿਵੇਂ ਫੈਲੀ ਆ, ਕੌਣ ਇਹਨੂੰ ਕਰ ਰਿਹਾ, ਇਹਨਾਂ ਦੇ ਸਾਹਮਣੇ ਸਾਰਾ ਕੁਝ ਇੱਕ ਨਕਸ਼ਾ ਕਲੀਅਰ ਹੋਏ। ਇਹ ਨਹੀਂ ਕਿ ਜਦੋਂ ਡੰਡਾ ਵੱਜੇ, ਜਦੋਂ ਦਬਾਅ ਪਵੇ ਹਲਾ 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 ਲਾ ਲਾ ਬਹੁਤ ਜੀ ਸਾਰਾ ਪੰਜਾਬ ਦੇ ਵਿੱਚ ਹਿਲਾ ਕੇ ਪੰਜਾਬ ਨੂੰ ਰੱਖਦਾ, ਇਹ ਕੱਖ ਨਹੀਂ ਹੋਣਾ। ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ, ਅੱਗੇ ਨਾਲੋਂ ਵੀ ਜ਼ਿਆਦਾ ਨਸ਼ਾ ਵਿਕੂਗਾ, ਅੱਗੇ ਨਾਲੋਂ ਵੀ ਜ਼ਿਆਦਾ ਨੌਜਵਾਨ ਮਰਦੇ ਰਹਿਣਗੇ। ਔਰ ਫਿਰ ਦੂਜੀ ਗੱਲ ਇਹ ਹੋਵੇ ਕਿ ਜਦੋਂ ਸਾਨੂੰ ਪਤਾ ਲੱਗ ਜਾਏ ਬਕਾਇਦਾ ਇੱਕ ਸਿਸਟਮ ਦੇ ਰਾਹੀਂ ਕਿਵੇਂ ਨੌਜਵਾਨਾਂ ਨੂੰ ਉਹਨਾਂ ਤੋਂ ਬਚਾਉਣਾ, ਕਿਵੇਂ ਬੀ ਨਵੇਂ ਕਰਨਾ, ਕਿਵੇਂ ਡੀ ਐਡਿਕਸ਼ਨ ਸੈਂਟਰ ਲੈ ਕੇ ਜਾਣਾ, ਔਰ ਕਿਵੇਂ ਉਹਨਾਂ ਨੂੰ ਰੀਹੈਬਿਲਿਟੇਟ ਕਰਨਾ, ਇੱਕ ਇੰਟੀਗ੍ਰੇਟਿਡ ਪ੍ਰੋਗਰਾਮ ਹੋਵੇ। ਔਰ ਕਿਹਨੂੰ ਕਿੱਥੇ ਕਿੱਥੇ ਕੀ ਰੁਜ਼ਗਾਰ ਦੇਣਾ, ਉਹਨਾਂ ਦੀ ਕਿਹਦੀ ਕਿਸ ਪੱਧਰ ਦੀ ਪ੍ਰੋਬਲਮ ਹੈ, ਉਸ ਨੂੰ ਆਇਡੈਂਟੀਫਾਈ ਕਰਕੇ ਡਾਕਟਰੀ ਮਦਦ ਦੇ ਨਾਲ ਇਹ ਸਾਰਾ ਕੁਝ ਕਰਨਾ ਪਊਗਾ। ਨਹੀਂ ਤੇ ਹਾਂ ਦੇਖੋ ਜਿਸ ਤਰੀਕੇ ਦੇ ਪੁਲਿਸ ਵਾਲੇ ਆ, ਕੁਝ ਕਿੰਨਾ ਸੋਹਣਾ ਹੱਸ ਰਿਹਾ ਵੀ ਬਹੁਤ ਤਕੜਾ ਇੱਕ ਕੰਮ ਇਹਨਾਂ ਨੇ ਸ਼ੁਰੂ ਕੀਤਾ, ਇਸੇ ਤਰੀਕੇ ਨਾਲ ਇਹ ਮਜ਼ਾਕ ਉੱਡ ਜਾਊਗਾ ਜਿਵੇਂ ਤੁਹਾਨੂੰ ਫੋਟੋਆਂ ਤੋਂ ਵੀ ਨਜ਼ਰ ਆ ਰਿਹਾ। ਲੋਕਾਂ ਦੀ ਤਰਾਸਦੀ ਦਾ ਜੇ ਸੱਚੀ ਮੁੱਚੀ ਅਸੀਂ ਹੱਲ ਕਰਨਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਇੱਕ ਬੜੀ ਪਲੈਨਡ ਢੰਗ ਦੇ ਨਾਲ ਇੰਨਾ ਦਿਖਾਵਾ ਨਹੀਂ ਕਰਨ ਦੀ ਲੋੜ। ਚੁੱਪ ਚਪੀਤੇ ਬਹੁਤ ਕੰਮ ਹੋ ਸਕਦਾ ਜੇ ਤੁਹਾਨੂੰ ਸਾਰੀ ਗੱਲ ਦਾ ਪਤਾ ਹੋਵੇ ਕਿ ਕਿੱਥੇ ਕੌਣ ਕਿੰਨਾ ਬੈਠਾ ਹੋਇਆ। ਬਿਲਕੁਲ ਸ਼ਸ਼ੀਵੀਰ ਜੀ, ਤੁਹਾਨੂੰ ਨਹੀਂ ਲੱਗਦਾ ਜਿਹੜੀਆਂ ਬਲੈਕ ਸ਼ੀਪਸ ਨੇ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਇਸ ਟਾਈਮ, ਕਿ ਜਿਸ ਦੇ ਕਾਰਨ ਵਾਕਈ ਨਸ਼ੇ ਤੇ ਨੱਥ ਪਾਣੀ ਬਹੁਤ ਔਖੀ ਹੋ ਗਈ ਹੈ? ਮੈਂ ਤੁਹਾਨੂੰ ਇੱਕ ਛੋਟੀ ਜੀ ਹੋਰ ਉਦਾਹਰਨ ਦਵਾਂ, ਇਹ ਨਹੀਂ ਕਿ ਸਿਰਫ ਤੁਹਾਡੀ ਸਰਕਾਰ ਤੇ ਹੀ ਉਹਦੇ ਸਵਾਲ ਉੱਠਦੇ ਨੇ। ਜਲਾਲਾਬਾਦ ਦੇ ਅੰਡਰ ਇੱਕ ਮਹਾਲਮ ਪਿੰਡ ਹੈ, ਸ਼ਾਇਦ ਮਨਜੀਤ ਸਿੰਘ ਜੀ ਤੁਸੀਂ ਜਾਣਦੇ ਹੋਵੋਗੇ, ਮਹਾਲਮ ਪਿੰਡ ਹੈ, ਉੱਥੇ ਸਿਰਫ ਕੱਚੀ ਸ਼ਰਾਬ ਵਿਕਦੀ ਹੈ। ਸਾਰੇ ਘਰ ਦਾ, ਸਾਰੇ ਪਿੰਡ ਦਾ ਸਿਰਫ ਇੱਕੋ ਹੀ ਕੰਮ ਹੈ, ਨਜਾਇਜ਼ ਤੇ ਕੱਚੀ ਸ਼ਰਾਬ ਵੇਚਣੀ। ਹਰ ਵਾਰ ਉੱਥੇ ਛਾਪੇ ਪੈਂਦੇ ਨੇ ਤੇ ਵੱਡੀ ਤਾਦਾਦ ਦੇ ਵਿੱਚ ਉੱਥੋਂ ਸ਼ਰਾਬ ਬਰਾਮਦ ਕੀਤੀ ਜਾਂਦੀ ਹੈ। ਪਰ ਮਹਾਲਮ ਪਿਛਲੇ 20-25 ਸਾਲਾਂ ਤੋਂ ਸਾਰੀਆਂ ਸਰਕਾਰਾਂ ਨੂੰ ਪਤਾ ਹੈ ਕਿ ਉਸ ਪਿੰਡ 'ਚ ਕੀ ਕਾਰੋਬਾਰ ਹੈ। ਵੱਡੀਆਂ ਕੋਠੀਆਂ ਬਣੀਆਂ ਹੋਈਆਂ, ਲੋਕੀ ਘਰ ਖੁੱਲੇ ਛੱਡ ਕੇ ਚਲੇ ਜਾਂਦੇ ਨੇ ਜਦੋਂ ਰੇਡ ਹੁੰਦੀ ਹੈ, ਪਰ ਫਿਰ ਧੰਦਾ ਉਹੀ ਦਾ ਉਹੀ। ਕਿਹੜਾ ਇਹੋ ਜਿਹਾ ਕਾਰਨ ਹੈ ਸ਼ਸ਼ੀਵੀਰ ਜੀ ਕਿ ਲੋਕ ਸਿਰਫ ਇੱਕ ਪਿੰਡ ਨੂੰ, ਪੰਜਾਬ ਦੀ ਬਾਤ 'ਚ ਗੱਲ ਕਰਦੇ ਆ ਆਪਾਂ, ਇੱਕ ਪਿੰਡ ਮਹਾਲਮ ਤੋਂ ਤਾਂ ਆਪਾਂ ਨਸ਼ਾ ਬੰਦ ਨਹੀਂ ਕਰਾ ਸਕੇ। ਉੱਥੋਂ ਦੇ ਲੋਕਾਂ ਨੂੰ, ਇੱਕ ਛੋਟਾ ਜਿਹਾ ਪਿੰਡ ਹੈ, ਆਪਾਂ ਵੱਡੇ ਪੰਜਾਬ ਦਾ ਬਾਅਦ ਚ ਆਵਾਂਗੇ, ਕਿ ਉਹਨਾਂ ਦੇ ਉਸ ਪਿੰਡ 'ਚ ਇਹੋ ਜਿਹੀ ਸਖਤੀ ਨਹੀਂ ਹੋ ਪਾਈ ਹਾਲੇ ਤੱਕ ਕਿ ਉੱਥੋਂ ਦੇ ਲੋਕ ਇੰਨੇ ਖੌਫ ਮੰਨਣ ਕਿ ਅਸੀਂ ਹੁਣ ਤੋਬਾ ਕਰ ਲਈਏ ਨਸ਼ਾ ਬਣਾਉਣ ਤੋਂ। ਜੀ ਪਹਿਲੀ ਗੱਲ ਤਾਂ ਸਰ ਦੇਖੋਗੇ ਜਿਹੜੇ ਬੀਤੇ ਸਮੇਂ ਜਦੋਂ ਦੀ ਮਾਨ ਸਰਕਾਰ ਬਣੀ ਹੈ, ਮੈਂ ਸਰ ਫੈਕਟ ਦੇ ਬੇਸ ਤੇ ਗੱਲ ਕਰਦਾ, ਮੈਂ ਇਧਰ ਉਧਰ ਦੀ ਗੱਲ ਨਹੀਂ ਕਰਦਾ ਸਰ। 240 ਪਲੱਸ ਪੀਓ ਜਿਹੜੇ ਭਗੌੜੇ ਸੀਗੇ, ਕੋਈ 1982 ਦਾ ਭਗੌੜਾ ਸੀ, ਕੋਈ 92 ਦਾ ਭਗੌੜਾ ਸੀਗਾ, ਉਹ ਮਾਨ ਸਰਕਾਰ ਦੇ ਦਿਸ਼ਾ ਨਿਰਦੇਸ਼ ਥੱਲੇ ਉਹ ਪੰਜਾਬ ਪੁਲਿਸ ਨੇ ਪਕੜੇ ਨੇ। ਉਹਨਾਂ ਦੇ ਵਿੱਚੋਂ 43 ਜਿਹੜੇ ਸੀਗੇ ਪੀਓ ਵੱਖ-ਵੱਖ ਸਟੇਟਾਂ ਚੋਂ, ਕੋਈ ਹਰਿਆਣੇ ਜਾ ਕੇ ਬੈਠਾ, ਕੋਈ ਰਾਜਸਥਾਨ ਬੈਠਾ, ਉੱਥੋਂ ਨਸ਼ੇ ਦੇ ਜਿਹੜੇ ਤਸਕਰੀ ਦਾ ਕੰਮ ਕਰਦੇ ਨੇ ਉਹ ਫੜੇ ਗਏ ਨੇ। ਉਸ ਤੋਂ ਬਾਅਦ ਦੇਖੋਗੇ ਨਸ਼ੇ ਦੇ ਕੇਸਿਸ ਦੇ ਵਿੱਚ ਗੱਲ ਕਰੀਏ, ਇੱਕ ਐਡੀਸ਼ਨਲ SHO ਸੀਗਾ ਲੋਕੋਕੇ ਥਾਣੇ ਦਾ, ਜਿਹੜਾ NDPS ਦੇ ਕੇਸ ਦੇ ਵਿੱਚ ਏਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਉਹ ਅਰੈਸਟ ਹੋਇਆ। DSP ਤਰਨਤਾਰਨ ਜਿਹੜਾ ਕਿਤੇ ਨਾ ਕਿਤੇ ਜਾ ਕੇ ਏਡ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ NDPS ਨਸ਼ੇ ਦੇ ਕੇਸਾਂ ਦੇ ਵਿੱਚ, ਉਹਦੀ ਅਰੈਸਟ ਪਈ। ਸੋ ਤੁਸੀਂ ਕਿਤੇ ਨਹੀਂ ਨਕਾਇਆ ਚੀਜ਼ ਨਹੀਂ ਨਕਾਰ ਸਕਦੇ ਕਿ ਮਾਨ ਸਰਕਾਰ ਕਿਤੇ ਵੀ ਕੰਮ ਨਹੀਂ ਕਰ ਰਹੀ। ਦੂਸਰੀ ਗੱਲ ਸਰ, ਮੈਂ ਇੱਕ ਚੀਜ਼ ਪੂਰੇ ਦਾਅਵੇ ਦੇ ਨਾਲ ਕਹਿ ਸਕਦਾ ਕਿ ਮਾਨ ਸਰਕਾਰ ਦੇ ਕਿਸੇ ਵੀ ਮੰਤਰੀ ਦਾ, ਕਿਸੇ ਵੀ MLA ਦਾ ਡਾਇਰੈਕਟਲੀ ਔਰ ਇਨਡਾਇਰੈਕਟਲੀ ਕਿਸੇ ਵੀ ਨਸ਼ੇ ਤਸਕਰ ਦੇ ਨਾਲ ਕੋਈ ਇਨਵੋਲਵਮੈਂਟ ਨਹੀਂ ਹੈਗੀ, ਕਿਸੇ ਨੂੰ ਕੋਈ ਏਡ ਨਹੀਂ, ਕਿਸੇ ਨੂੰ ਕੋਈ ਸਪੋਰਟ ਨਹੀਂ। ਉਹਦੇ ਚੀਜ਼ ਦੇ ਚੱਲ ਕੇ ਤੁਸੀਂ ਦੇਖੋਗੇ ਕਿ ਐਡੀਸ਼ਨਲ SHO ਵੀ ਫੜੇ ਜਾ ਰਹੇ ਨੇ, ਕੋਈ ਹਵਲਦਾਰ ਹੈ ਜਿਹੜਾ ਕੋਈ ਪੁਲਿਸ ਵਿੱਚ ਏਡ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਵੀ ਫੜਿਆ ਜਾ ਰਿਹਾ, ਕੋਈ ਡਾਕਟਰ ਹੈ, ਕੋਈ ਅਗਰ ਜੇਲ੍ਹ ਦੇ ਅੰਦਰ ਉਹ ਅਗਰ ਨਸ਼ਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਵੀ ਫੜਿਆ ਜਾ ਰਿਹਾ। ਸੋ ਕੰਮ ਚੱਲ ਰਿਹਾ ਹੈ, ਕੰਮ ਕਰ ਰਹੇ ਨੇ, ਕਿਉਂਕਿ ਬਿਲਕੁਲ ਇੱਕ ਆਰਗੇਨਾਈਜ਼ਡ ਕ੍ਰਾਈਮ ਹੈ। ਬਿਲਕੁਲ ਇਹਦੇ ਵਿੱਚ ਮਨੀ ਫਲੋ ਬਹੁਤ ਜ਼ਿਆਦਾ ਹੈ। ਨਵੇਂ ਜਿਹੜੇ ਚਿਹਰੇ ਇੰਟਰੋਡਿਊਸ ਕੀਤੇ ਜਾਂਦੇ ਨੇ ਜੋ ਸਟਾਰਟਿੰਗ ਕੋਈ ਨਸ਼ਾ ਕੰਜ਼ਿਊਮ ਕਰਦੇ ਨੇ, ਬਾਅਦ ਚ ਉਹਨਾਂ ਨੂੰ ਪੈਡਲਰ ਦੇ ਰੂਪ ਚ ਵਰਤਿਆ ਜਾਂਦਾ ਹੈ। ਸੋ ਬੜਾ ਆਰਗੇਨਾਈਜ਼ਡ ਕ੍ਰਾਈਮ ਹੈਗਾ, ਸਾਰੇ ਜਾਣੇ ਜਾਣਦੇ ਨੇ। ਇਹਦੇ ਵਾਸਤੇ ਇਹਨੂੰ ਨਕੇਲ ਕੱਸਣ ਵਾਸਤੇ ਪੰਜਾਬ ਪੁਲਿਸ ਤੇ ਮਾਨ ਸਰਕਾਰ ਬਿਲਕੁਲ ਕੰਮ ਕਰ ਰਹੀ ਹੈ, ਜਿਹਦੇ ਰਿਜ਼ਲਟਸ ਵੀ ਆ ਰਹੇ ਨੇ। ਤੁਸੀਂ ਦੇਖੋਗੇ ਕਿ ਕਦੀ DSP ਦੀ ਅਰੈਸਟ ਪੈਂਦੀ ਸੀਗੀ, ਨਹੀਂ ਪੈਂਦੀ ਸੀਗੀ, ਉਹ DSP ਵੀ ਅਰੈਸਟ ਹੋ ਰਹੇ ਨੇ, ਐਡੀਸ਼ਨਲ SHOs ਵੀ ਅਰੈਸਟ ਹੋ ਰਹੇ ਨੇ, ਡਾਕਟਰਸ ਜਿਹੜੇ ਏਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਮੈਡੀਕਲ ਪ੍ਰੈਕਟੀਸ਼ਨਰ ਨੇ, ਉਹ ਵੀ ਅਰੈਸਟ ਹੋ ਰਹੇ ਨੇ। ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕੋਈ ਪ੍ਰੋਟੈਕਸ਼ਨ ਕੀਤੀ ਜਾ ਰਹੀ ਹੈ ਮਾਨ ਸਰਕਾਰ ਦੇ ਵੱਲੋਂ। ਸੋ ਰਿਜ਼ਲਟਸ ਆਉਣਗੇ, ਜਿਹੜੀ ਰੇਡ ਵੱਜੀ ਹੈ ਇਹਦੇ ਨਾਲ ਵੀ ਰਿਜ਼ਲਟਸ ਆਉਣਗੇ। ਪ੍ਰੋਫੈਸਰ ਸਾਹਿਬ ਦਾ ਥੋੜਾ ਜਿਹਾ ਅਲੱਗ ਵਿਊ ਹੋ ਸਕਦਾ ਹੈ, ਉਹਨਾਂ ਦਾ, ਮੇਰਾ ਅਲੱਗ ਵਿਊ ਹੈ, ਕਿਉਂਕਿ ਅਸੀਂ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਇਹ ਚੀਜ਼ ਸੋਚਦੇ ਕਿ ਪ੍ਰੋਬਲਮ ਦਾ ਪਿੱਛੋਂ ਹੱਲ ਨਹੀਂ ਨਿਕਲਿਆ, ਪਰ ਮੈਂ ਮੰਨਦਾ ਕਿ ਪ੍ਰੋਬਲਮ ਦਾ ਹੱਲ ਸਾਨੂੰ ਅੱਜ ਤੋਂ ਕੱਢਣਾ ਪਊਗਾ। ਅਸੀਂ ਪਿਛੋਕੜ ਦੇਖੀ ਜਾਵਾਂਗੇ, ਪਿਛਲਾਪਨ ਦੇਖੀ ਜਾਵਾਂਗੇ, ਪਿਛਲੇ ਟਾਈਮ ਤੋਂ ਨਹੀਂ ਹੋਇਆ, ਪਰ ਅੱਜ ਤੋਂ ਸ਼ੁਰੂਆਤ ਤਾਂ ਕਰਨੀ ਪਊਗੀ। ਲੋਕਾਂ ਨੇ ਮੈਂਡੇਟ ਮਾਨ ਸਰਕਾਰ ਨੂੰ 92 MLA ਐਸੇ ਕਰਕੇ ਦਿੱਤੇ ਸੀਗੇ
ਕਿਉਂਕਿ ਉਹਨਾਂ ਦੇ ਕੋਲੋਂ ਨਸ਼ੇ ਦੇ ਉੱਤੇ ਕਾਰਵਾਈ ਨਹੀਂ ਹੋਈ। ਮਾਨ ਸਰਕਾਰ ਕੰਮ ਕਰ ਰਹੀ ਹੈ, ਇਹਦੇ ਰਿਜ਼ਲਟਸ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਲੋਕਾਂ ਦੇ ਸਾਹਮਣੇ ਹੋਣਗੇ ਜੀ। ਬਿਲਕੁਲ ਸ਼ਸ਼ੀਵੀਰ ਜੀ, ਦੇਖੋ ਨਾ ਤਾਂ ਪ੍ਰੋਫੈਸਰ ਸਾਹਿਬ ਤੇ ਨਾ ਮੈਂ ਇਹ ਕਿਹਾ ਕਿ ਕੋਈ ਇਨਵੋਲਵਮੈਂਟ ਨਹੀਂ ਹੈਗੀ ਕਿਸੇ ਐਮਐਲਏ ਦੀ, ਹਾਲੇ ਤੱਕ ਉਹ ਵੀ ਅਸੀਂ ਮੰਨਦੇ ਹਾਂ। ਦਿੱਕਤ ਕੀ ਆ ਰਹੀ ਹੈ? ਦਿੱਕਤ ਹੈ ਕਿ ਕੀ ਵਾਕਈ ਮੈਂ ਜਿਸ ਦਾ ਜ਼ਿਕਰ ਕੀਤਾ, ਬਲੈਕ ਸ਼ੀਪਸ, ਨੰਬਰ ਆਫ ਬਲੈਕ ਸ਼ੀਪਸ ਇੰਨੀਆਂ ਹੋ ਗਈਆਂ ਕਿ ਉਹ ਸਿਸਟਮ ਦੇ ਵਿੱਚ ਉਹ ਅਪੋਜ਼ ਇੰਨਾ ਜ਼ਿਆਦਾ ਕਰ ਰਿਹਾ, ਰਿਟੈਲੀਏਟ ਇੰਨਾ ਕਰ ਰਿਹਾ ਕਿ ਮਾਨ ਸਾਹਿਬ ਦਾ ਉਹ ਪਕੜ ਨਹੀਂ ਬਣ ਪਾ ਰਹੀ। ਕੀ ਇਹੋ ਜਿਹੇ ਚੀਜ਼ਾਂ ਨੇ? ਕਿਉਂਕਿ ਤੁਸੀਂ ਦੇਖੋ ਵੀ ਇੱਕ ਸਰਚ ਆਪਰੇਸ਼ਨ ਹੁੰਦਾ ਹੈ, ਮੰਨ ਲਓ ਇੱਕ ਜੇਲਰ ਕਹਿੰਦਾ ਜੀ ਅੱਜ ਫਿਰੋਜ਼ਪੁਰ ਜੇਲ੍ਹ ਦੀ ਆਪਾਂ ਉਦਾਹਰਨ ਲੈ ਲਈਏ, ਫਰੀਦਕੋਟ ਜੇਲ੍ਹ ਦੀ ਵੀ ਲੈ ਲਈਏ, ਤੁਸੀਂ ਪਿੱਛੇ ਵੀ ਖਬਰਾਂ ਵੀ ਚੈੱਕ ਕਰ ਲੈਣਾ। ਫਿਰੋਜ਼ਪੁਰ ਜੇਲ੍ਹ ਦੇ ਵਿੱਚ ਸਰਚ ਆਪਰੇਸ਼ਨ ਹੁੰਦਾ, ਕਿਹਾ ਜਾਂਦਾ ਜੀ ਅੱਜ ਫਿਰੋਜ਼ਪੁਰ ਜੇਲ੍ਹ ਦੇ ਵਿੱਚ 160 ਮੋਬਾਈਲ ਲੱਭੇ ਗਏ। ਆਪਾਂ ਵਾਹਵਾਈ ਵੀ ਕਰਤੀ, ਸਾਰਾ ਕੁਝ ਮੀਡੀਆ ਨੇ ਵੀ ਕਰਤਾ, ਬਹੁਤ ਵੱਡੀ ਗੱਲ ਹੈ, ਲੱਭੇ ਗਏ। ਹਫ਼ਤੇ ਬਾਅਦ ਉਸੇ ਜੇਲ੍ਹ ਦੇ ਵਿੱਚੋਂ ਫਿਰ ਮੋਬਾਈਲ ਆ ਜਾਂਦੇ ਨੇ। ਉਹਦਾ ਉਹ ਸਰਚ ਆਪਰੇਸ਼ਨ ਦਾ ਮਤਲਬ ਕੀ ਹੋਇਆ? ਕਿਉਂਕਿ ਇੱਕ ਵਾਰੀ ਜੇ ਆਪਾਂ ਘੜਾ ਖਾਲੀ ਕਰ ਦਿੱਤਾ ਤਾਂ ਇਹਦਾ ਮਤਲਬ ਉਹਦੇ ਵਿੱਚ ਦੁਬਾਰਾ ਪਾਣੀ, ਇਹਦਾ ਮਤਲਬ ਕਿਤੋਂ ਨਾ ਕਿਤੋਂ ਦਾ ਲੀਕੇਜ ਹੈਗੀ ਹੈ ਨਾ। ਬਹੁਤ ਵੱਡਾ ਇੱਕ ਸਿਸਟਮ ਹੈ ਕਿ ਕੀ ਐ ਸੀ, ਇਹਦਾ ਮਤਲਬ ਪਹਿਲਾਂ ਹੀ ਸਰਚ ਆਪਰੇਸ਼ਨ ਉਸੇ ਤਰੀਕੇ ਨਾਲ ਕੀਤਾ ਗਿਆ ਕਿ ਵੀ 200 400 ਮੋਬਾਈਲ ਹੋਣੇ, 160 ਆਪਾਂ ਸਪੁਰਦ ਕਰਦੇ ਨੇ ਜਾਂ 160 ਅੰਦਰ ਆਉਂਦੇ ਨੇ ਤੇ 100 ਵਿੱਚ ਦੁਬਾਰਾ ਫਿਰ ਚਲੇ ਜਾਂਦੇ ਨੇ। ਕਿਉਂਕਿ ਉਹ ਬੜੀ ਵੱਡੀ ਦਿੱਕਤ ਹੈ। ਜਦ ਤੱਕ ਉਹ ਮੋਬਾਈਲ ਬੰਦ ਨਹੀਂ ਹੋਣਗੇ, ਤੁਸੀਂ ਆਪਾਂ ਨਸ਼ੇ ਦੀ ਗੱਲ ਕਰਦੇ ਆ, ਨਸ਼ਾ ਤਸਕਰ ਰੁਕਦਾ ਕਿਉਂ ਨਹੀਂ ਪਿਆ? ਆਪਾਂ ਡਾਟਾ ਜ਼ਰੂਰ ਆਪਾਂ ਕੱਢ ਲੈਂਦੇ ਆ ਕਿ ਹਾਂ ਆਪਾਂ ਫੜ ਵੀ ਲਏ, ਪਰ ਅੱਜ ਵੀ ਡੇਲੀ ਕੋਈ ਵੀ ਦਿਨ ਨਹੀਂ ਜਾਂਦਾ ਸ਼ਸ਼ੀਵੀਰ ਜੀ ਕਿ ਜਿਸ ਦਿਨ ਇੱਕ ਪੁੱਤ ਦੀ, ਜਵਾਨ ਪੁੱਤ ਮਾਂ ਦਾ ਨਾ ਜਾਂਦਾ ਹੋਵੇ, ਉਹ ਨਸ਼ੇ ਦੀ ਭੇਟ ਨਾ ਚੜਦਾ ਹੋਵੇ। ਆਪਾਂ ਅਕਸਰ ਦੇਖਦੇ ਰਹਿੰਦੇ ਆ ਕੋਈ ਨਾ ਕੋਈ ਓਵਰਡੋਜ਼ ਤੇ ਕਿਤੇ ਨਾ ਕਿਤੇ ਪਿਆ ਮਿਲਦਾ, ਕੋਈ ਨਾ ਕੋਈ ਖਬਰ ਆਂਦੀ ਰਹਿੰਦੀ ਹੈ। ਤਾਂ ਉੱਥੇ ਕਿਤੇ ਨਾ ਕਿਤੇ ਤਾਂ ਕੋਈ ਲੀਕੇਜ ਤਾਂ ਹੈਗੀ ਹੈ ਨਾ ਜੀ। ਜੀ ਮੈਂ ਡੈਫੀਨਿਟਲੀ, ਕਿਉਂਕਿ ਬਲੈਕ ਸ਼ਿਪਸ ਹਰ ਪਾਸੇ ਹੁੰਦੇ ਨੇ। ਚੰਗੇ ਪ੍ਰੋਫੈਸ਼ਨ, ਹਰ ਪ੍ਰੋਫੈਸ਼ਨ ਚੰਗੇ ਲੋਕ ਵੀ ਹੁੰਦੇ ਨੇ, ਮਾੜੇ ਲੋਕ ਵੀ ਹੁੰਦੇ ਨੇ। ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਸੇਮ ਹੈ। ਅਗਰ ਬਲੈਕ ਸ਼ਿਪ ਹੈ, ਬਲੈਕ ਸ਼ਿਪ AIG ਦੇ ਰੂਪ ਚ ਸੀਗਾ ਜਿਹੜੀ ਅਰੈਸਟ ਪਈ ਹੈ, ਬਲੈਕ ਸ਼ਿਪ ਪ੍ਰਿਤਪਾਲ ਦੇ ਰੂਪ ਚ ਵੀ ਸੀਗਾ ਜਿਹਨੇ ਭਜਾਇਆ ਸੀਗਾ। ਸੋ ਬਲੈਕ ਸ਼ਿਪ ਹਰ ਡਿਪਾਰਟਮੈਂਟ ਦੇ ਵਿੱਚ ਹੁੰਦੇ ਨੇ, ਔਰ ਉਹਨੂੰ ਆਇਡੈਂਟੀਫਾਈ ਕਰਕੇ ਉਹਨਾਂ ਤੇ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਉਹ ਦੇਖਣ ਵਾਲੀ ਗੱਲ ਹੁੰਦੀ ਹੈ। ਇਸ ਵਾਰੀ ਕਾਰਵਾਈ ਹੋ ਰਹੀ ਹੈ। ਦੂਸਰੀ ਗੱਲ ਸਰ, ਡਰੱਗਸ ਦੇ ਵਿੱਚ ਤੁਸੀਂ ਦੇਖੋਗੇ ਡਰੱਗਸ ਬੜੀ ਪੁਰਾਣੀ ਚੇਨ ਹੈ, ਮਨਜੀਤ ਸਿੰਘ ਜੀ ਜਾਣਦੇ ਹੋਣਗੇ। ਡਰੱਗਸ ਨੇ ਸਮੇਂ ਦੇ ਨਾਲ ਰੂਪ ਚੇਂਜ ਕੀਤਾ ਸਰ। ਇਹਦੇ ਵਿੱਚ ਤੁਸੀਂ ਪਹਿਲਾਂ ਅਫੀਮ ਨੂੰ ਲੈ ਕੇ ਡਰੱਗਸ ਨੂੰ ਗਿਣਿਆ ਜਾਂਦਾ ਸੀਗਾ, ਉਸ ਤੋਂ ਬਾਅਦ ਹੈਰੋਇਨ ਆਈ, ਉਸ ਤੋਂ ਬਾਅਦ ਸਿੰਥੈਟਿਕ ਡਰੱਗਸ ਆਇਆ, ਉਸ ਤੋਂ ਬਾਅਦ ਕਈ ਡਰੱਗਸ ਸਰ ਐਸੇ ਆਏ ਜਿਹੜੇ ਇੱਕ ਕਮਰੇ 'ਚ ਬਿਠਾ ਕੇ ਤੁਸੀਂ ਕੈਮੀਕਲਸ ਦਾ ਯੂਜ਼ ਕਰਕੇ ਉਹ ਤਿਆਰ ਕੀਤੇ ਜਾ ਰਹੇ ਸੀਗੇ। ਸੋ ਡਰੱਗਸ ਨੇ ਆਮ ਸਮੇਂ ਦੇ ਨਾਲ ਚੇਂਜ ਕੀਤਾ, ਆਪਣੇ ਰੂਪ ਨੂੰ ਵੀ ਚੇਂਜ ਕਰ ਲਿਆ। ਉਹਦੇ ਜਿਹੜੇ ਸਾਲਟ ਸੀਗੇ ਉਹ ਚੇਂਜ ਹੋ ਗਏ, ਜਿਹੜੀ ਉਹਦੀ ਤੁਸੀਂ ਦੇਖੋਗੇ ਰੂਪ ਰੇਖਾ ਚੇਂਜ ਹੋ ਗਈ, ਉਹਦਾ ਜਿਹੜਾ ਸਿਸਟਮ ਸੀਗਾ, ਪੈਡਲਰ ਸਿਸਟਮ ਸੀਗਾ, ਉਹ ਵੀ ਚੇਂਜ ਹੋਇਆ। ਮੈਂ ਆਲਰੇਡੀ ਦੱਸ ਕੇ ਹਟਿਆ ਕਿ ਮਨੀ ਫਲੋ ਇੰਨਾ ਜ਼ਿਆਦਾ ਹੈ। ਜਿਹੜੇ ਨਵੇਂ ਚਿਹਰੇ ਇੰਟਰੋਡਿਊਸ ਹੁੰਦੇ ਨੇ, ਜਿਹੜੇ ਐਡਿਕਟਸ ਹੁੰਦੇ ਨੇ, ਉਹਨਾਂ ਨੂੰ ਪੈਡਲਰ ਬਣਾਇਆ ਜਾਂਦਾ ਹੈ। ਜਿਹੜੇ ਇਹਨਾਂ ਦੇ ਪਿੱਛੇ ਕਿਨਪਿਨ ਹੁੰਦੇ ਨੇ, ਉਹਨਾਂ ਦੀ ਜਦੋਂ ਅਰੈਸਟ ਪੈਂਦੀ ਹੈ ਤਾਂ ਉਹਨਾਂ ਦੇ ਜਿਹੜੇ ਕਿਨਪਿਨ ਉਹ ਚੇਂਜ ਹੋ ਜਾਂਦੇ ਨੇ, ਦੂਸਰੇ ਪਾਸੇ ਆ ਜਾਂਦੇ ਨੇ। ਤੁਸੀਂ ਬੀਤੇ ਸਮੇਂ ਦੇਖਿਆ ਉਹ ਕਈ ਬੰਦੇ ਐਸੇ ਵੀ ਰਹੇ ਆ ਜਿਹੜੇ ਜੇਲ੍ਹਾਂ ਦੇ ਵਿੱਚੋਂ ਜ਼ਮਾਨਤ ਹੋਣ ਦੇ ਬਾਵਜੂਦ ਵੀ ਜੇਲ੍ਹ ਨਹੀਂ ਛੱਡਦੇ ਰਹੇ। ਕਈ ਐਸੇ ਸੀਗੇ ਅੰਦਰ ਬੈਠ ਕੇ ਕਾਰੋਬਾਰ ਕਰਦੇ ਰਹੇ ਨੇ। ਸੋ ਬਹੁਤ ਕੁਝ ਸੀਗਾ ਇਹਦੇ ਵਿੱਚ। ਸੋ ਇਹਦੇ ਫਲੋ ਨੂੰ ਰੋਕਣ ਵਾਸਤੇ ਤੁਸੀਂ ਦੇਖੋਗੇ ਕਿ ਬੀਤੇ ਸਮੇਂ ਤੋਂ ਚਾਹੇ ਸਰਚ ਆਪਰੇਸ਼ਨਸ ਆ ਗਏ, ਚਾਹੇ ਮੈਡੀਕਲ ਐਸਪੈਕਟ ਤੋਂ ਲਾ ਲਓ, ਹਰ ਪਾਸੋਂ ਸਰਕਾਰ ਕੰਮ ਕਰ ਰਹੀ ਹੈ, ਸਖਤੀ ਕਰ ਰਹੀ ਹੈ। ਇਹਦਾ ਇੱਕੋ ਇੱਕ ਹੱਲ ਹੈ ਤੇ ਸਖਤੀ ਕੀਤੀ ਜਾਵੇ। ਜਿਹੜਾ ਕੋਈ FIR ਹੁੰਦੀ ਹੈ ਉਹਦੇ ਡੀਪ ਇਨਵੈਸਟੀਗੇਟ ਕੀਤੀ ਜਾਵੇ। ਇਨਵੈਸਟੀਗੇਸ਼ਨ ਕੌਣ ਐਂਡ ਤੱਕ ਜਾ ਰਿਹਾ ਹੈ, ਕੌਣ ਜੁੜ ਰਿਹਾ ਹੈ, ਕਿਹੜੇ ਐਂਡ ਤੋਂ ਆ ਰਹੀ ਹੈ, ਚਾਹੇ ਗੁਜਰਾਤ ਤੋਂ ਆ ਰਹੀ ਹੈ, ਚਾਹੇ ਪਾਕਿਸਤਾਨ ਤੋਂ ਆ ਰਹੀ, ਕਿਤੋਂ ਵੀ ਆ ਰਹੀ ਹੈ। ਜਿਹੜਾ ਉਹਦਾ ਚੇਨ ਸਰਕਲ ਹੈ ਉਹਨੂੰ ਕੌਣ ਮੰਗਵਾ ਰਿਹਾ ਹੈ, ਉਹਨਾਂ ਦੇ ਉੱਤੇ ਸੇਮ ਕਾਰਵਾਈ ਹੋਣੀ ਚਾਹੀਦੀ ਹੈ। ਤੇ ਮਾਨ ਸਰਕਾਰ ਦੇ ਵਿੱਚ ਉਹਨਾਂ ਤੇ ਕਾਰਵਾਈ ਹੋ ਰਹੀ ਹੈ, ਕਿਸੇ ਨੂੰ ਪ੍ਰੋਟੈਕਟ ਨਹੀਂ ਕੀਤਾ ਜਾ ਰਿਹਾ। ਸੋ ਇਹਦੇ ਰਿਜ਼ਲਟਸ ਵੀ ਆਉਣ ਵਾਲੇ ਟਾਈਮ ਦੇ ਉੱਤੇ ਚੰਗੇ ਆਉਣਗੇ ਜੀ। ਪ੍ਰੋਫੈਸਰ ਸਾਹਿਬ, ਪਿਛਲੇ 30 ਸਾਲ ਤੁਸੀਂ ਜਿਵੇਂ 25-30 ਸਾਲ ਤੋਂ ਸ਼ੁਰੂ ਕੀਤਾ, ਪਰ ਆਪਾਂ ਅਗਰ ਗੱਲ ਕਰੀਏ ਪਿਛਲੇ 15 ਸਾਲ ਦੀ ਜਿਹੜੀ ਸਿਆਸਤ ਹੈ ਉਹ ਇਸੇ ਤੇ ਹੀ ਘਿਰੀ ਹੋਈ ਇੱਥੇ ਹੀ ਸ਼ੁਰੂ ਹੁੰਦੀ ਹੈ। ਜਦੋਂ ਵੋਟਾਂ ਆਉਂਦੀਆਂ ਇਸ ਨਸ਼ੇ ਦੇ ਮੁੱਦੇ ਨੂੰ ਮੁੱਖ ਬਣਾ ਕੇ ਆਪਾਂ ਵੋਟਾਂ ਮੰਗੀਆਂ ਜਾਂਦੀਆਂ ਨੇ। ਕੀ ਪ੍ਰੋਫੈਸਰ ਸਾਹਿਬ ਵਾਕਈ ਕਿਸੇ ਸਰਕਾਰ ਕੋਲ ਇਹਦਾ ਕੋਈ ਹੱਲ ਨਹੀਂ? ਇਹ ਮੰਨਦੇ ਹੋ ਤੁਸੀਂ ਕਿ ਹਾਲੇ ਸਿਆਸਤ ਹੋਰ ਵੀ ਆਉਣ ਵਾਲੇ 5 ਸਾਲ ਬਾਅਦ ਵੀ ਇਸੇ ਤੇ ਹੀ ਸਿਆਸਤ ਚੱਲੀ ਜਾਊਗੀ ਤੇ ਪੰਜਾਬ ਵਾਕਈ ਐਵੇਂ ਰੁਲਦਾ ਰਹੇਗਾ ਜੀ? ਇਹ ਸ਼ਸ਼ੀਵੀਰ ਜੀ ਜਿੰਨੀਆਂ ਵੀ ਇੱਕ ਤੇ ਇਹਨਾਂ ਦਾ ਨਾਮ ਵੀ ਬਹੁਤ ਚੰਗਾ ਆ, ਮਤਲਬ ਤੇ ਚੰਗਾ ਲੱਗਦਾ, ਬੋਲਦੇ ਆ ਸਵੀਟ ਲੱਗਦਾ, ਤੇ ਇਹ ਹੀ ਇਜ਼ ਲਿਵਿੰਗ ਅਪ ਟੂ ਹਿਸ ਨੇਮ ਕਿ ਜਿਸ ਤਰੀਕੇ ਨਾਲ ਉਹ ਗੱਲ ਕਰ ਰਿਹਾ ਬੜੀ ਦਲੀਲ ਦੇ ਨਾਲ ਗੱਲ ਕਰ ਰਿਹਾ, ਮੈਨੂੰ ਬਹੁਤ ਚੰਗਾ ਲੱਗਾ। ਕੋਈ ਫੜਲਾ ਮਾਰਲਾ ਵਾਲੀ ਗੱਲ ਨਹੀਂ ਕਰ ਰਹੇ, ਕੋਈ ਚਿੱਕੜ ਸੁਛਾਲੀ ਦੀ, ਇਹ ਬੜੀ ਚੰਗੀ ਗੱਲ ਹੈਗਾ ਕਿ ਇਹਦਾ ਮਤਲਬ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਇਹ ਬੁਲਾਰੇ ਹੈਗੇ ਆ, ਸਿੰਸੈਰਿਟੀ ਹੈਗੀ। ਸਾਡੀ ਬੇਨਤੀ ਇਹ ਹੈਗੀ ਆ ਕਿ ਜਦੋਂ ਬਿਮਾਰੀ ਕਿਸੇ ਦੇ ਸਰੀਰ ਨੂੰ ਵੀ ਲੱਗ ਜਾਏ, ਮੰਨ ਲਓ, ਤੇ ਚੰਗੇ ਹਸਪਤਾਲ ਦਾ ਸਭ ਤੋਂ ਪਹਿਲਾ ਫਰਜ਼ ਹੈ ਕਿ ਉਹਦਾ ਥਾਰੋ ਡਾਇਗਨੋਸਿਸ ਕਰੇ ਕਿ ਇਹਦੀ ਬਲੱਡ ਦੇ ਨੁਕਸ ਕਰਕੇ ਸਿਰ ਦਰਦ ਹੋ ਰਹੀ ਹੈ, ਜਾਂ ਇਹਦੇ ਕੋਈ ਕਿਡਨੀ ਦੀ ਪ੍ਰੋਬਲਮ ਆ, ਸਾਹ ਦੀ ਪ੍ਰੋਬਲਮ ਆ, ਕਿਹੜੀ ਚੀਜ਼ ਦਾ ਬਲੱਡ ਦੇ ਅੰਦਰ ਕੀ ਕੁਛ ਘਟਿਆ, ਕੀ ਵਧਿਆ, ਸਾਰਾ ਥਾਰੋ ਸਕਰੀਨਿੰਗ ਹੁੰਦੀ ਹੈ।
ਫਿਰ ਜਾ ਕੇ ਡਾਕਟਰ ਸਮਝਦਾ ਕਿ ਓਹੋ ਆਹ 3 ਗੱਲਾਂ ਆ ਜਿਹਦੇ ਕਰਕੇ ਇਸ ਦੇ ਸਿਰ ਦਰਦ ਹੁੰਦੀ ਆ। ਤੁਸੀਂ ਕਿਤੇ ਝੋਲਾ ਛਾਪ ਵਾਲੇ ਕੋ ਚਲੇ ਜਾਓ, ਉਹ ਜਾ ਕੇ ਪਹਿਲਾਂ ਤੇ ਜਿਹੜੇ ਸਾਡੇ ਮਰੀਜ਼ ਆ ਉਹ ਕਹਿੰਦੇ ਆ ਕਿ ਮੇਰੇ ਸਿਰ ਦਰਦ ਹੋ ਗਈ ਆ, ਇਹਨਾਂ ਸੀਨ ਦੀਆਂ 2 ਗੋਲੀਆਂ ਡਾਕਟਰ ਸਾਹਿਬ ਦੇ ਦਿਓ। ਆ ਡਾਕਟਰ ਵੀ ਆਪ ਹੀ ਆ ਮਰੀਜ਼। ਅੱਛਾ, ਜੇ ਨਾ ਵੀ ਇਹ ਕਹਿਣ ਤੇ ਉਹ ਡਾਕਟਰ ਨੂੰ ਕਹਿੰਦੇ ਆ ਕਿ ਸਿਰ ਦਰਦ ਆ, ਛੇਤੀ ਨਾਲ ਕੁਝ ਦਿਓ, ਮੈਂ ਤੇ ਦਫ਼ਤਰੇ ਜਾਣਾ। ਉਹ ਕਹਿੰਦਾ ਆ ਚੱਕ ਐਨਾ ਸੀ। ਕੋਈ ਪਤਾ ਨਹੀਂ ਕਿਉਂ, ਕਦੋਂ, ਕਿੱਥੋਂ ਕੀ ਸ਼ੁਰੂ ਹੋਈ। ਆਪਣੀ ਜਿਹੜੀ ਇਹ ਸਰਚ ਆਪਰੇਸ਼ਨ ਆ ਉਹ ਬਿਲਕੁਲ ਉਹ ਝੋਲਾ ਛਾਪ ਡਾਕਟਰ ਵਾਂਗੂ ਹੈਗਾ ਕਿ ਕੋਈ ਜਿਵੇਂ ਹਨੇਰੇ 'ਚ ਤਲਵਾਰਾਂ ਮਾਰਨੀਆਂ ਹੋਣ। ਮੇਰੀ ਬੇਨਤੀ ਇਹ ਹੈ ਕਿ ਇਹ ਏਡੀ ਵੱਡੀ ਪ੍ਰੋਬਲਮ ਆ ਕਿ ਏਡੀ ਵੱਡੀ ਸਰਕਾਰ ਜਿਹੜੀ ਪਿੰਡ ਦੇ ਅਖੀਰਲੇ ਲੰਬੜਦਾਰ ਤੱਕ ਸਰਕਾਰ ਹੁੰਦੀ ਹੈ, ਪਿੰਡ ਦੇ ਸਰਪੰਚ ਤੱਕ ਸਰਕਾਰ ਹੁੰਦੀ ਹੈ, ਕਿ ਆਪਾਂ ਇੱਕ ਸਰਵੇ ਨਹੀਂ ਕਰਵਾ ਸਕਦੇ ਕਿ ਸਾਡੇ ਪੰਜਾਬ ਦੇ ਅੰਦਰ ਨੰਬਰ 1 ਕਿੰਨੀਆਂ ਔਰਤਾਂ, ਕਿੰਨੇ ਮਰਦ, ਕਿੰਨੇ ਪੜ੍ਹੇ ਲਿਖੇ, ਕਿੰਨੇ ਅਨਪੜ੍ਹ, ਕਿੰਨੇ ਸ਼ਹਿਰੀ, ਕਿੰਨੇ ਪੇਂਡੂ, ਕਿਸ ਉਮਰ ਦੇ ਹੈ, ਉਹ ਸਾਰੇ ਉਹਨਾਂ ਦੀ ਪੜ੍ਹਾਈ ਕਿੰਨੀ ਆ, ਅੱਜ ਦਾ ਕਾਰੋਬਾਰ ਕੀ ਆ। ਇਹੋ ਜਿਹਾ ਇੱਕ ਸਰਵੇ, ਸਿੰਪਲ 1 ਪੇਜ ਦਾ ਸਰਵੇ, 10 ਸਵਾਲ ਹੋਣ, ਕੀ ਅਸੀਂ ਸਰਵੇ ਨਹੀਂ ਕਰਾ ਸਕਦੇ ਕਿ ਸਾਨੂੰ ਪਤਾ ਤੇ ਲੱਗੇ ਕਿ ਕਿਹੜੇ-ਕਿਹੜੇ ਪਿੰਡ 'ਚ ਕਿੱਥੇ-ਕਿੱਥੇ ਕਿੰਨੇ ਅਫੈਕਟਡ ਲੋਕ ਹੈਗੇ ਤੇ ਕਿਹੜੀ-ਕਿਹੜੀ ਚੀਜ਼ ਉਹ ਇਸਤੇਮਾਲ ਕਰ ਰਹੇ ਆ। ਜਿਵੇਂ ਸਚੀ ਵੀਰ ਜੀ ਕਹਿ ਰਹੇ ਆ, ਜੇ ਸਾਡੇ ਕੋਲ ਇਹ ਸਾਰੇ ਅੰਕੜੇ ਇੱਕ ਜਗ੍ਹਾ ਟੇਬਲ ਤੇ ਪਏ ਹੋਣਗੇ, ਉਹ ਰਿਪੋਰਟ ਨੂੰ ਵਿਧਾਨ ਸਭਾ 'ਚ ਡਿਸਕਸ ਕੀਤਾ ਜਾਏ, ਸਾਰਿਆਂ ਦੇ ਸਾਹਮਣੇ ਡਿਸਕਸ ਕੀਤਾ ਜਾਏ, ਐਕਸਪਰਟਸ ਦੀ ਵੱਡੀ ਕਮੇਟੀ ਬਣਾਈ ਜਾਏ ਜਿਹਦੇ 'ਚ ਸਾਈਕੈਟ੍ਰਿਕ ਹੋਣ, ਜਿਹਦੇ 'ਚ ਡਾਕਟਰ ਹੋਣ, ਜਿਹਦੇ 'ਚ ਐਡਮਿਨਿਸਟ੍ਰੇਟਰ ਹੋਣ, ਜਿਹਦੇ 'ਚ ਇੰਟੈਲੀਜੈਂਸ ਦੇ ਬੰਦੇ ਹੋਣ, ਜਿਹਦੇ 'ਚ ਹਰ ਕਿਸਮ ਦੇ ਬੰਦੇ ਹੋਣ, ਸੋਸ਼ੀਓਲੋਜਿਸਟ ਹੋਣ, ਤਾਂ ਕਿ ਲੋਕਾਂ ਨੂੰ ਰੀਹੈਬਿਲਿਟੇਟ ਕਿਵੇਂ ਕਰਨਾ। ਉਹ ਫਿਰ ਉਸ ਸਾਰੀ ਰਿਪੋਰਟ ਤੇ ਆਪਣੇ ਵਿਚਾਰ ਦੇ ਕੇ ਇੱਕ ਤੈਅਸ਼ੁਦਾ ਪਾਲਿਸੀ ਬਣੇ। ਆਪਾਂ ਇੰਜ ਨਹੀਂ ਕਰਦੇ। ਮੈਂ ਇਹ ਬਾਰ-ਬਾਰ ਤੁਹਾਨੂੰ ਬੇਨਤੀ ਕਰਦਾ ਕਿਉਂਕਿ ਅਸੀਂ ਸੀਰੀਅਸ ਨਹੀਂ, ਅਸੀਂ ਪੋਲਿਟਿਕਸ ਕਰਨੀ ਆ। ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਸਾਰੀਆਂ ਸਰਕਾਰਾਂ ਨੇ ਕੀਤਾ। ਮੈਂ ਪਹਿਲਾਂ ਸ਼ੁਰੂ 'ਚ ਹੀ ਕਹਿਤਾ ਕਿ ਬਾਦਲ ਸਰਕਾਰ ਵੇਲੇ ਪ੍ਰਕਾਸ਼ ਸਿੰਘ ਬਾਦਲ ਹੋਣਾ ਵਾਲੇ ਵੀ ਇੰਜ ਹੋਇਆ, ਕੈਪਟਨ ਵੇਲੇ ਵੀ ਇੰਜ ਹੀ ਹੋਇਆ, ਹੁਣ ਵੀ ਸਾਨੂੰ ਇੰਜ ਹੀ ਦਿਖ ਰਿਹਾ। ਜੇ ਸੱਚੀ ਮੁੱਚੀ ਸੀਰੀਅਸਲੀ ਪੰਜਾਬ 'ਚੋਂ ਨਸ਼ਾ ਖਤਮ ਕਰਨਾ ਤਾਂ ਉਹਦੇ ਲਈ ਸਾਨੂੰ ਉਹੋ ਜਿਹੇ ਸੀਰੀਅਸ ਕਦਮ ਉਠਾਉਣੇ ਪੈਣਗੇ। ਰਹੀ ਗੱਲ ਗੈਂਗਸਟਰ ਦੀ, ਇਹ ਤੇ ਇਲਾਹਾਬਾਦ ਹਾਈ ਕੋਰਟ ਨੇ ਬਹੁਤ ਦੇਰ ਪਹਿਲਾਂ ਕਹਿ ਦਿਆ ਸੀਗਾ ਕਿ ਜਿਹੜੀ ਸਾਡੀ ਪੁਲਿਸ ਆ ਉਹ ਇੰਜ ਲੱਗਦਾ ਕਿ ਜਿਵੇਂ ਯੂਨੀਫਾਰਮ ਦੇ ਵਿੱਚ ਗੈਂਗਸਟਰ ਹੋਣ। ਮੈਂ ਇੱਕ ਕਦਮ ਅਗਲੀ ਗੱਲ ਕਹਿਣਾ ਆ ਕਿ ਸਾਡੀ ਜਿਹੜੀ ਪੋਲਿਟਿਕਸ ਆ ਉਹ ਵੀ ਇੱਕ ਗੈਂਗਸਟਰ ਨੁਮਾ ਇਸ ਵੇਲੇ ਬਿਹੇਵ ਕਰ ਰਹੀ ਆ। ਉਹਦੇ 'ਚ ਵੀ ਕੋਈ ਉਸ ਕਿਸਮ ਦਾ ਕਿ ਆਪਾਂ ਸੁਸਾਇਟੀ ਨੂੰ ਕੋਈ ਰੋਲ ਮਾਡਲ ਦੇ ਤੌਰ ਤੇ ਪੋਲੀਟੀਸ਼ੀਅਨ ਅੱਗੇ ਪੇਸ਼ ਹੋਣ ਨਾ। ਜੋ ਪੋਲੀਟੀਸ਼ੀਅਨ ਕਰਦੇ ਆ, ਜੇ ਸੁਸਾਇਟੀ ਉਹ ਬਿਲਕੁਲ ਨਾ ਕਰੇ ਤੇ ਕਿਤੇ ਨਾ ਕਿਤੇ ਬਚੀ ਰਹੂਗੀ। ਇਹ ਹਾਲਤ ਤੇ ਦੇਸ਼ ਦੀ ਹੈਗੀ ਆ। ਇਸ ਲਈ ਜਿੰਨਾ ਰਾਹੀਂ ਅਸੀਂ ਠੀਕ ਕਰਨਾ, ਉਹਨਾਂ ਦੀ ਆਪਣੀ ਹਾਲਤ ਵੀ ਦੇਖ ਲਓ। ਮੈਂ ਜਨਰਲ ਪੋਲਿਟਿਕਸ ਦੀ ਗੱਲ ਕਰ ਰਿਹਾ। ਮੈਂ ਫਿਰ ਇੰਜ ਨਾ ਸਮਝਣ ਸਚੀ ਵੀਰ ਜੀ ਕਿ ਸਾਡੀ ਸਰਕਾਰ ਨੂੰ ਭੰਡ, ਬਿਲਕੁਲ ਨਹੀਂ ਮੈਂ ਕਹਿ ਰਿਹਾ। ਹਾਲਾਤ ਇੰਜ ਬਣੇ ਹੋਏ ਆ। ਇਸ ਪ੍ਰੋਬਲਮ ਨੂੰ ਡਾਇਗਨੋਸਿਸ ਕਰੀਏ ਪ੍ਰੋਪਰਲੀ ਕਿ ਕਿੱਥੇ ਪ੍ਰੋਬਲਮ ਕਿੰਨੀ ਆ, ਸਾਡੇ ਕੋਲ ਕੀ ਸਾਧਨ ਹੈਗੇ ਆ, ਕਿਸ ਕਿਸਮ ਦੇ ਆਰਥਿਕ ਸਾਧਨ, ਹੋਰ ਸਾਧਨ, ਬਹੁਤ ਕਿਸਮ ਦੇ ਸਾਧਨ ਚਾਹੀਦੇ ਆ। ਉਹ ਕਿੱਥੇ ਕਿੰਨੇ ਸਾਧਨ ਆ ਤੇ ਆਪਾਂ ਦੋਵਾਂ ਦਾ ਮੇਲ ਕਰਕੇ ਕਿਵੇਂ ਪੰਜਾਬ ਨੂੰ ਦੁਬਾਰਾ ਪੈਰਾਂ ਸਿਰ ਖੜਾ ਕਰਨਾ। ਲੈ ਇੰਨੀ ਪ੍ਰੋਬਲਮ ਆ। ਮੈਨੂੰ ਲੱਗਦਾ ਕਿ ਆਹ ਜਿਹੜਾ ਸਾਰਾ ਡਰਾਮਾ ਵੱਡੇ ਪੱਧਰ ਤੇ ਦਿਖਾ ਰਹੇ ਆ ਕਿ ਆਹ ਕਰਤਾ, ਉਹ ਕਰਤਾ, ਉੱਥੇ ਚਲਾ ਗਿਆ, ਫਿਰ ਕੀ ਹੋ ਜਾਊਗਾ? ਬੰਦੇ ਇੰਜ ਨਹੀਂ ਫੜੇ ਜਾਂਦੇ। ਨਾ ਤੁਹਾਡੇ ਕੋਲ ਨਸ਼ੇ ਦਾ ਕੋਈ ਅੰਦਾਜ਼ਾ ਲੱਗਣਾ। ਜਿਹੜਾ ਸਾਹਮਣੇ ਆ ਜਾਊਗਾ, ਕਿਸੇ ਕੋ ਨਿਕਲ ਜੂ, ਕਿਸੇ ਕੋ ਨਾ ਨਿਕਲ ਜੂਗਾ, ਰਿਪੋਰਟਾਂ ਲਿਖੀਆਂ ਜਾਣਗੀਆਂ, ਕੇਂਦਰ ਨੂੰ, ਅਮਿਤ ਸ਼ਾਹ ਕੋ ਚਲੇ ਜਾਣਗੀਆਂ, ਨਸ਼ਾ ਖਤਮ ਹੋ ਜੂ ਕਾਗਜ਼ਾਂ 'ਚ। ਪਰ ਪ੍ਰੋਫੈਸਰ ਸਾਹਿਬ, ਇੱਥੇ ਕਿਤੇ ਨਾ ਕਿਤੇ ਸਮਾਜ ਨੂੰ ਵੀ ਤਾਂ ਰੋਲ ਅਦਾ ਕਰਨਾ ਪਏਗਾ ਨਾ। ਆਪਾਂ ਨਿਰਾਪੁਰਾ ਸਰਕਾਰਾਂ ਨੂੰ ਅਗਰ ਸਿੱਟ ਦਈਏ, ਅਗਰ ਆਪਾਂ ਨੂੰ ਇਹ ਲੱਗਦਾ ਕਿ ਹਾਂਜੀ ਮੇਰਾ ਪੁੱਤ ਨਸ਼ਾ ਕਰੀ ਜਾਂਦਾ ਹੈ, ਤੇ ਇੱਕ ਤਾਂ ਸਭ ਤੋਂ ਵੱਡੀ ਦਿੱਕਤ ਇਹ ਆਉਂਦੀ ਹੈ ਜੇ ਕਿਸੇ ਨੂੰ ਇਹ ਕਹਿ ਦਈਏ ਨਾ ਕਿ ਅੱਜ ਇਹ ਇੱਕ ਮਾਹੌਲ ਹੈ ਇਸ ਟਾਈਮ, ਜੇ ਕਿਸੇ ਨੂੰ ਇਹ ਕਹਿ ਦਈਏ ਕਿ ਤੁਹਾਡਾ ਪੁੱਤ ਫਲਾਣੀ ਥਾਂ ਤੇ ਖੜਾ ਸੀ ਤੇ ਨਸ਼ੇ ਕਰ ਰਿਹਾ ਸੀ, ਉਹ ਯਕੀਨ ਨਹੀਂ ਕਰਦਾ, ਸਗੋਂ ਉਹਨੂੰ ਟੁੱਟ ਕੇ ਪੈ ਜਾਂਦਾ ਅੱਗੋਂ। ਸਮਾਜ ਨੂੰ ਵੀ ਉਸ ਤਰੀਕੇ ਨਾਲ ਸਮਝਣਾ ਪਏਗਾ ਕਿ ਹਾਂ ਵਾਕਈ ਕਿਤੇ ਇੱਕ ਉਹ ਯੂਨਿਟੀ ਤਾਂ ਦਿਖਾਣੀ ਪਏਗੀ ਨਾ। ਜੇ ਕਿਸੇ ਨੂੰ ਕੋਈ ਅਗਰ ਬੰਦਾ ਕਹਿ ਰਿਹਾ ਹੈ ਤੇ ਦੂਜਾ ਜਿਹੜਾ ਨਸ਼ਾ ਮੁਕਤੀ ਕੇਂਦਰ ਨੇ, ਤੁਸੀਂ ਦੱਸੋ ਨਸ਼ਾ ਮੁਕਤੀ ਕੇਂਦਰ, ਅਸੀਂ ਪਿੱਛੇ ਖਬਰਾਂ ਪੜ੍ਹੀਆਂ ਕਿ ਉਹਦੇ ਵਿੱਚ ਵੀ ਨਸ਼ਾ, ਉਹ ਜਿਹੜੀਆਂ ਗੋਲੀਆਂ ਦਿੰਦੇ ਨੇ ਉਸ ਨੂੰ ਵੀ ਉਹ ਓਵਰਡੋਜ਼ ਬਣਾ ਕੇ ਉਸ ਤਰੀਕੇ ਨਾਲ ਰੱਖ ਲੈਂਦੇ ਨੇ ਵੀ ਹਾਂ ਕਿਉਂਕਿ ਉਹਦੇ ਵਿੱਚ ਇੱਕ ਪ੍ਰੋਸੈਸ ਹੈ। ਜੇ ਉਹਦੇ ਵਿੱਚ ਥੋੜਾ ਬਹੁਤ ਨਸ਼ਾ ਜ਼ਰੂਰ ਹੁੰਦਾ ਹੈ ਤਾਂ ਕਿ ਉਹਨੂੰ ਹੌਲੀ ਹੌਲੀ ਉਹਨੇ ਛਡਾਣਾ ਹੁੰਦਾ ਹੈ, ਉਹਦਾ ਵੀ ਉਹ ਨਸ਼ਾ ਮੁਕਤੀ ਗੋਲੀਆਂ ਦੇ ਉਹਦਾ ਵੀ ਰੋਲਾ ਪਾ ਲੈਂਦੇ ਨੇ ਕਿ ਹਾਂ ਸਾਨੂੰ ਵੱਧ ਗੋਲੀਆਂ ਮਿਲ ਜਾਣ। ਤਾਂ ਉੱਥੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਘਰਦਿਆਂ ਦੀ ਦੇ, ਕਿਉਂਕਿ ਸਭ ਤੋਂ ਵੱਡੀ ਵਾਚ ਕੌਣ ਰੱਖ ਸਕਦਾ ਹੈ? ਜਿਹੜਾ ਨਸ਼ੇ ਕਰਨ ਵਾਲਾ ਹੈ, ਉਹ ਸਭ ਤੋਂ ਵੱਡੀ ਵਾਚ ਤਾਂ ਉਹਦੇ ਘਰ ਦੇ ਹੀ ਉਹਨੂੰ ਰੱਖ ਸਕਦੇ ਨੇ ਨਾ ਕਿ ਕਿੱਥੇ ਜਾ ਰਿਹਾ ਹੈ। ਤੇ ਦੂਜਾ ਉਸ ਪਿੰਡ ਨੂੰ, ਉਸ ਸ਼ਹਿਰ ਨੂੰ, ਹਰੇਕ ਨੂੰ ਪਤਾ ਹੁੰਦਾ ਵੀ ਨਸ਼ਾ ਕਿੱਥੇ ਵਿਕਦਾ ਹੈ।
ਜਿਹੜਾ ਤੁਸੀਂ ਕਹਿ ਰਹੇ ਹੋ, ਤੁਹਾਨੂੰ ਨਹੀਂ ਲੱਗਦਾ ਕਿ ਹਰੇਕ ਥਾਣੇ ਦੇ ਵਿੱਚ ਇਹ ਤਾਂ ਹੋ ਨਹੀਂ ਸਕਦਾ ਵੀ ਪਿੰਡ ਵਾਲਿਆਂ ਨੂੰ ਪਤਾ ਹੋਵੇ ਕਿ ਫਲਾਣੀ ਘਰ ਨਸ਼ਾ ਵੇਚੀ ਜਾਂਦਾ ਤੇ ਉੱਥੋਂ ਦੇ ਥਾਣੇ ਨੂੰ ਨਹੀਂ ਪਤਾ ਹੋਣਾ ਕਿ ਨਸ਼ਾ ਕਿੱਥੇ ਵਿਕਦਾ ਤੇ ਕਿਵੇਂ ਵਿਕ ਰਿਹਾ? ਭਾਜੀ ਤੁਹਾਡਾ ਸਵਾਲ ਆ ਗਿਆ। ਮੈਨੂੰ ਉਹ ਮੋਗੇ ਦੇ ਪਿੰਡ ਦੀ ਪੰਚਾਇਤ ਦਾ ਬਾਰ-ਬਾਰ ਖਿਆਲ ਆਉਂਦਾ ਜਿਨ੍ਹਾਂ ਨੇ ਥਾਣੇ 'ਚ ਜਾ ਕੇ ਰਿਪੋਰਟ ਕੀਤੀ ਕਿ ਸਾਡੇ ਪਿੰਡ ਇਸ ਤਰੀਕੇ ਨਾਲ ਨਸ਼ਾ ਵਿਕ ਰਿਹਾ। ਉਹ ਕਹਿੰਦੇ ਜੀ ਸਬੂਤ, ਉਹ ਸ਼ਰਮਿੰਦੇ ਹੋ ਕੇ ਵਾਪਸ ਆ ਗਏ, ਕਹਿੰਦੇ ਕੋਈ ਨਹੀਂ, ਹੁਣ ਜੇ ਤੁਸੀਂ ਕੁਛ ਨਹੀਂ ਕਰਨਾ ਤੇ ਅਸੀਂ ਕਰਾਂਗੇ। ਉਹਨਾਂ ਨੇ ਪਿੰਡ 'ਚ ਖੁਦ ਟੀਮ ਬਣਾ ਕੇ ਉਹਨਾਂ ਘਰਾਂ 'ਚ ਰੇਡ ਕੀਤਾ, ਸਮਾਨ ਇਕੱਠਾ ਕੀਤਾ, ਉਹ ਛੋਟੇ ਬੈਲੈਂਸ ਤੱਕੜੀਆਂ ਵੀ ਨਾਲ, ਨਸ਼ਾ ਵੀ, ਪੈਸੇ ਵੀ, ਸਾਰਾ ਕੁਝ ਇਕੱਠਾ ਕਰਕੇ, ਜਿਵੇਂ ਪੁਲਿਸ ਹੁਣ ਫੋਲ ਰਹੀ ਹੈ ਇੰਜ ਫੋਲ ਕੇ ਇਕੱਠਾ ਕਰਕੇ ਫਿਲਮ ਬਣਾਈ, ਵੀਡੀਓ ਬਣਾ ਕੇ ਪਿੰਡ 'ਚ ਸਾਰਿਆਂ ਨੂੰ ਦਿਖਾ ਕੇ ਫਿਰ ਪੰਚਾਇਤ ਉੱਥੇ ਉਹਨਾਂ ਨੂੰ ਭੇਜੀ ਗਈ ਕਿ ਆਹ ਚੱਕੋ ਸਬੂਤ। ਇਹ ਤੇ ਹੱਦ ਆ ਪੁਲਿਸ ਦੀ। ਇਹ ਲੋਕਾਂ ਦਾ ਕੰਮ ਹੈ ਕਿ ਇੱਕ ਦੂਜੇ ਦੇ ਸਿਰ ਪੜਵਾਉਂਦੇ, ਫਿਰ ਲੋਕਾਂ ਦੇ ਉੱਤੇ ਇੱਕ ਦੂਜੇ ਦੇ ਦੋਸ਼ ਲਾਉਂਦੇ। ਪਿੰਡਾਂ ਵਾਲਿਆਂ ਨੇ ਪਿੰਡ 'ਚ ਨਹੀਂ ਰਹਿਣਾ, ਕਿਸੇ ਦੇ ਨਿਆਣੇ ਨੂੰ ਕਹਿ ਕੇ ਦੇਖੋ ਤੇ ਉਹ ਕਹਿੰਦੇ ਚੰਗਾ ਫਿਰ ਮੈਂ ਤੇਰੀ ਮੰਜੀ ਠੋਕੂੰਗਾ। ਇਸ ਤਰ੍ਹਾਂ ਨਹੀਂ, ਜਿਹੜੀ ਤੁਸੀਂ ਗੱਲ ਕਹਿ ਰਹੇ ਆ ਨਾ, ਇਹ ਕੋਈ ਮਾਂ-ਬਾਪ ਨਹੀਂ ਹੋਊਗਾ, ਕਿਤੇ ਬਿਰਲਾ ਵਾਂਝਾ ਇਹ ਹੋਊਗਾ ਕਿ ਜਿਹੜਾ ਆਪਣੇ ਬੱਚੇ ਨੂੰ ਨਸ਼ੇ 'ਚੋਂ ਨਹੀਂ ਕੱਢਣਾ ਚਾਹੁੰਦਾ। ਉਹਦੇ ਕੋਲ ਤੇ ਭਾਵੇਂ ਉਹਦੇ ਕੋਲ ਖੂਨ ਲੈ ਲਓ ਉਹਦਾ, ਤਾਂ ਵੀ ਉਹ ਆਪਣੇ ਬੱਚੇ ਨੂੰ, ਕਿਉਂਕਿ ਉਹਦਾ ਆਪਣਾ ਹੀ ਖੂਨ ਹੁੰਦਾ ਜਿਹੜਾ ਤਬਾਹ ਹੋ ਰਿਹਾ ਹੁੰਦਾ ਬੱਚਾ ਉਹਦੇ ਸਾਹਮਣੇ, ਉਹ ਕੋਆਪਰੇਟ ਕਰਨ ਲਈ ਤਿਆਰ ਆ ਪਿੰਡ ਦੇ ਵਿੱਚ ਵੀ, ਬਸ਼ਰਤੇ ਕਿ ਪੁਲਿਸ ਵਾਲੇ ਉਹਨਾਂ ਨੂੰ ਖੱਜਲ ਨਾ ਕਰਨ, ਉਹਨਾਂ ਨੂੰ ਠਿੱਠ ਨਾ ਕਰਨ, ਉਹਨਾਂ ਨੂੰ ਹੋਰ ਨਵੇਂ ਕਿਸਮ ਦੇ ਕੇਸਾਂ 'ਚ ਨਾ ਫਸਾਉਣ। ਪੁਲਿਸ ਵਾਲੇ ਸਹਾਇਕ ਹੋਣ, ਨਾ ਕਿ ਕੇਸਾਂ ਦਰ ਕੇਸ ਬਣਾ ਕੇ ਉਹਨਾਂ ਤੋਂ ਗਾਂ ਹਿੱਸਾ ਪੱਤੀ ਦੁਬਾਰਾ ਕੋ ਚਾਹੁਣ। ਤੁਹਾਨੂੰ ਕੀ ਲੱਗਦਾ ਪੁਲਿਸ ਭਲੀ ਮਾਨਸ ਆ? ਇਸ ਕਰਕੇ ਜਿੰਨੀ ਖੱਜਲ ਖਵਾਰੀ ਵਿਕਟਮ ਦੀ ਹੋ ਰਹੀ ਹੈ ਉਹ ਤੇ ਤੁਸੀਂ ਪੁੱਛੋ ਹੀ ਨਾ। ਇਸੇ ਕਰਕੇ ਮੈਂ ਬੇਨਤੀ ਕੀਤੀ ਹੈ ਕਿ ਜੇ ਲਿਸਟ ਹੋਵੇ ਹਰ ਪਿੰਡ ਦੀ, ਉਹ 'ਚ ਪੰਚਾਇਤਾਂ, ਜਿਹੜੀ ਤੁਸੀਂ ਬਹੁਤ ਇੰਪੋਰਟੈਂਟ ਗੱਲ ਕਹੀ ਹੈ, ਮੈਂ ਲਾਸਟ ਗੱਲ ਕਹਿਣੀ ਚਾਹੁੰਦਾ, ਉਹ ਬਹੁਤ ਇੰਪੋਰਟੈਂਟ ਹੈ ਕਿ ਬਿਨਾਂ ਪੰਚਾਇਤਾਂ ਤੇ ਪੇਂਡੂ ਲੋਕਾਂ ਦਾ ਸਾਥ ਲਿਆ, ਸ਼ਹਿਰੀ ਲੋਕਾਂ ਦਾ, ਆਮ ਪਬਲਿਕ ਦਾ ਸਾਥ ਲਿਆ, ਮਹੱਲਿਆਂ ਦੇ ਜਿਹੜੇ ਕਾਉਂਸਲਰ ਹੈਗੇ ਆ ਜਾਂ ਪੰਚ ਸਰਪੰਚ ਹੈਗੇ, ਉਹਨਾਂ ਦਾ ਬਿਨਾਂ ਸਾਥ ਲਿਆ ਨਸ਼ਾ ਖਤਮ ਨਹੀਂ ਹੋ ਸਕਦਾ। ਸੌਰੀ, ਇਸ ਲਈ ਇਹ ਜ਼ਰੂਰੀ ਹੈਗਾ ਕਿ ਆਪਾਂ ਉਹਨਾਂ ਦੀਆਂ ਮੀਟਿੰਗਾਂ, ਮੈਂ ਤਾਂ ਸ਼ੁਰੂ 'ਚ ਕਹਿਤਾ ਸੀ ਕਿ ਸਰਵੇ ਲਈ ਵੀ ਉਹਨਾਂ ਨੂੰ ਵਰਤਿਆ ਜਾਏ, ਨਾਲ ਰੱਖਿਆ ਜਾਏ। ਇਹ ਐਡੀ ਵੱਡੀ ਮਿਨੇਸ ਹੈਗੀ ਹੈ ਕਿ ਜੇ ਤੁਸੀਂ ਲੋਕਾਂ ਦਾ ਸਾਥ ਇਹਦੇ 'ਚ ਨਹੀਂ ਲਓਗੇ ਤੇ ਸਿਰਫ ਐਡਮਿਨਿਸਟ੍ਰੇਟਿਵ ਐਕਸ਼ਨ ਕਰੋਗੇ, ਉੱਪਰੋਂ ਡੰਡਾ ਚਲਾਓਗੇ, ਕੁਛ ਨਹੀਂ ਹੋਣ ਵਾਲਾ। ਲੋਕ ਲੁਕਾ ਲੈਣਗੇ, ਬਿਲਕੁਲ ਲੁਕਾਉਣਗੇ। ਹਰ ਇੱਕ ਨੂੰ ਇੱਜ਼ਤ ਪਿਆਰੀ ਹੁੰਦੀ ਆ, ਹਰ ਕੋਈ ਕੇਸਾਂ ਤੋਂ ਬਚਣਾ ਚਾਹੁੰਦਾ, ਹਰ ਕੋਈ ਆਪਣੇ ਬੱਚੇ ਨੂੰ ਜੇਲ੍ਹ 'ਚ ਭੇਜਣ ਤੋਂ ਬਚਾਉਣਾ ਚਾਹੁੰਦਾ। ਇਹ ਬੜੇ ਕੰਪਲੈਕਸ ਮਾਮਲੇ ਹੁੰਦੇ, ਮੈਂ ਸੋਸ਼ੀਓਲੋਜਿਸਟ ਹਾਂ, ਇਸ ਲਈ ਕੋਈ ਇਹ ਨਹੀਂ ਚਾਹੁੰਦਾ ਕਿ ਉਹਦੀ ਔਲਾਦ ਤਬਾਹ ਹੋਵੇ। ਜੇ ਇੱਕ ਸਰਕਾਰ ਇੰਡੀਕੇਸ਼ਨ ਦੇਵੇ ਕਿ ਹਰ ਪਿੰਡ ਦੇ ਵਿੱਚ ਫਲਾਣੇ ਬੰਦੇ ਆਉਣਗੇ, ਸੀਕ੍ਰੇਟਲੀ ਅਸੀਂ ਤੁਹਾਡੇ ਕੋਲ ਆਓ, ਇੱਥੇ ਆ ਕੇ ਮਿਲੋ, ਤੁਹਾਡੀ ਆਇਡੈਂਟੀਟੀ ਸੀਕ੍ਰੇਟ ਰੱਖੀ ਜਾਊਗੀ, ਜੋ ਵੀ ਹੋਵੇ ਅਸੀਂ ਤੁਹਾਡੀ ਮਦਦ ਕਰਾਂਗੇ, ਬਹੁਤ ਕੁਝ ਤੁਹਾਨੂੰ ਪਤਾ ਲੱਗ ਜਾਊਗਾ। ਆ ਜਿਹੜਾ ਨਾ ਉੱਪਰੋਂ ਜਾ ਕੇ ਦਿਖਾਉਣਾ ਕਿ ਆ ਗਿਆ, ਹੋ ਗਿਆ, ਇਹ ਦਿਖਾਵੇ ਦਾ ਜ਼ਿਆਦਾ, ਇਹ ਹਾਥੀ ਦੇ ਦੰਦ ਦਿਖਾਉਣ ਦੇ ਆ, ਇਹ ਬਹੁਤੇ ਐਕਸ਼ਨ ਵਾਲੇ, ਇਹਦੇ ਚੋਂ ਨਿਕਲਦਾ ਨਹੀਂ ਬਹੁਤਾ ਕੁਝ। ਬਾਰ-ਬਾਰ ਹੋ ਚੁੱਕਾ, ਪਹਿਲਾਂ ਵੀ ਬਹੁਤ ਵਾਰ ਹੋ ਚੁੱਕਾ। ਬਿਲਕੁਲ। ਆਖਰੀ ਸਵਾਲ ਸ਼ਸ਼ੀਵੀਰ ਜੀ, ਦੇਖੋ ਫਾਰਮੂਲਾ ਤਾਂ ਵਾਕਈ ਪ੍ਰੋਫੈਸਰ ਸਾਹਿਬ ਨੇ ਬੜਾ ਸੌਖਾ ਜਿਹਾ ਫਾਰਮੂਲਾ ਹੈ ਕਿ ਸਿਰਫ ਪੁਲਿਸ ਇਹ ਯਕੀਨ ਕਰ ਦਵੇ ਕਿ ਮੰਨ ਲਓ ਮੈਂ ਬੜਾ ਸੁਹਿਰਦ, ਮੈਨੂੰ ਆਪਣੇ ਆਪ ਨੂੰ ਇਹ ਲੱਗਦਾ ਹੈ ਕਿ ਵਾਕਈ ਮੇਰੀ ਜ਼ਿੰਮੇਵਾਰੀ ਹੈ, ਕੋਈ ਨਸ਼ਾ ਵਿਕ ਰਿਹਾ ਹੈ, ਮੈਂ ਉਹਦੇ ਖਿਲਾਫ ਸਟੈਂਡ ਲਵਾਂ। ਹੋ ਕੀ ਰਿਹਾ ਗਰਾਊਂਡ ਰਿਐਲਿਟੀ ਤੁਹਾਨੂੰ ਦੱਸਦਾ ਕਿ ਹੁੰਦਾ ਕੀ ਹੈ ਕਿ ਮੈਂ ਪੁਲਿਸ ਕੋਲ ਜਾਣਾ, ਮੈਂ ਕਹਿੰਦਾ ਫਲਾਣੇ ਘਰ ਨਸ਼ਾ ਵਿਕਦਾ ਹੈ, ਪੁਲਿਸ ਉਹਨੂੰ ਫੜਦੀ ਹੈ, ਉਹਨੂੰ ਇਹ ਪਤਾ ਹੈ ਕਿ ਸੁਰਿੰਦਰ ਨੇ ਮੇਰੀ ਸ਼ਿਕਾਇਤ ਕੀਤੀ, 2 ਦਿਨ ਬਾਅਦ ਹੀ ਉਹ ਜ਼ਮਾਨਤ ਲੈ ਕੇ ਮੇਰੇ ਬੂਹੇ ਦੇ ਸਾਹਮਣੇ ਖੜਾ ਹੁੰਦਾ ਹੈ। ਤੇ ਸੋਚੋ ਮੈਂ ਆਪਦਾ ਪਰਿਵਾਰ ਬਚਾਣਾ ਕਿ ਨਹੀਂ ਬਚਾਣਾ, ਮੈਨੂੰ ਡਰ ਲੱਗੇਗਾ ਕਿ ਨਹੀਂ ਲੱਗੇਗਾ। ਸਿਰਫ ਇਹ ਯਕੀਨ ਕਰ ਦਿੱਤਾ ਜਾਵੇ ਨਾ ਕਿ ਜੇ ਵਾਕਈ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ, ਵਾਕਈ ਬਹੁਤ ਇੱਕ ਛੋਟਾ ਜਿਹਾ ਫਾਰਮੂਲਾ ਕਿੰਨਾ ਵਧੀਆ ਦੱਸ ਦਿੱਤਾ ਕਿ ਮੇਰਾ ਨਾਮ ਗੁਪਤ ਰੱਖਿਆ ਜਾਵੇ ਤੇ ਮੈਨੂੰ ਇਹ ਯਕੀਨ ਕਰਾਇਆ ਜਾਵੇ ਕਿ ਹਾਂ ਜਿਹੜੀਆਂ ਤੁਸੀਂ ਵਾਕਈ ਸਾਨੂੰ ਟਿਪਸ ਦਿਓਗੇ, ਕਿ ਜਿਹੜੇ ਲੋਕ ਤੁਸੀਂ ਸਾਨੂੰ ਸ਼ਨਾਖਤ ਕਰਕੇ ਦੇ ਰਹੇ ਹੋ, ਕਿ ਉਹਨਾਂ ਲੋਕਾਂ ਨੂੰ ਅਸੀਂ ਵਾਕਈ ਨਹੀਂ ਸੌਖੀ ਜ਼ਮਾਨਤ ਨਹੀਂ ਲੈਣ ਦਾਂਗੇ, ਪੱਕੇ ਪੈਰੀ ਕੰਮ ਕਰਾਂਗੇ। ਕਿ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਆ ਕਿ ਵੀ ਬਣਾ ਕੇ ਉਹ ਅਸੀਂ ਬਾਹਰ ਨਹੀਂ ਆਣ ਦੇਣਾ, ਵਿਕਟਰੀ ਵਾਲਾ ਸਾਈਨ ਨਹੀਂ ਬਣਾਉਣ ਦੇਣਾ, ਕਿ ਉਹ ਵੀ ਉਸੇ ਤਰੀਕੇ ਨਾਲ ਅੰਦਰ ਡੱਕੇ ਜਾਣਗੇ। ਮੈਨੂੰ ਲੱਗਦਾ ਕਿ ਬਹੁਤ ਸੁਖਾਲਾ ਹੋ ਜੂ ਜੇ ਪੁਲਿਸ ਦੇ ਜਿਹੜੀਆਂ ਅੰਦਰ ਬਲੈਕ ਸ਼ੀਪਸ ਬੈਠੀਆਂ ਨੇ, ਅਗਰ ਉਹਨਾਂ ਨੂੰ ਤੁਸੀਂ ਆਇਡੈਂਟੀਫਾਈ ਕਰ ਲਈਏ, ਜਿਹੜਾ ਸਰਚ ਆਪਰੇਸ਼ਨ ਆਪਾਂ ਅੱਜ ਬਾਹਰ ਕੀਤਾ ਹੈ, ਥੋੜਾ ਅੰਦਰ ਵੀ ਕਰਾਂਗੇ ਨਾ, ਤਾਂ ਮੈਨੂੰ ਲੱਗਦਾ ਕਿ ਜ਼ਿਆਦਾ ਸੁਖਾਲਾ ਹੋ ਜੂ। ਜੀ ਸ਼ਸ਼ੀਵੀਰ ਜੀ। ਜੀ ਸਰ, 2 ਚੀਜ਼ਾਂ ਨੇ ਪੰਜਾਬ ਦੇ ਵਿੱਚ। ਲਾਅ ਬਣਾਉਣਾ ਸਰਕਾਰਾਂ ਨੇ ਤੇ ਇਨਫੋਰਸਮੈਂਟ ਉਹਨਾਂ ਦੀ ਏਜੰਸੀਜ਼ ਨੇ ਕਰਾਉਣਾ ਹੈ, ਚਾਹੇ ਪੁਲਿਸ ਹੈ, ਚਾਹੇ ਉਹਨਾਂ ਦੇ ਕੋਲ ਹੋਰ ਅਦਾਰੇ ਹੈ, ਚਾਹੇ ਵਿਜੀਲੈਂਸ ਹੈ, ਚਾਹੇ ਉਹਨਾਂ ਦੇ ਕੋਲ ਹੋਰ ਅਥਾਰਟੀਜ਼ ਹੈ। ਤੁਸੀਂ ਦੇਖੋਗੇ ਕਿ ਚਲੋ ਜਿਹੜੇ ਬਲੈਕ ਸ਼ਿਪਸ ਸੀਗੇ, ਬਲੈਕ ਸ਼ਿਪ ਆਇਡੈਂਟੀਫਾਈ ਵੀ ਕੀਤੇ, ਉਹਨਾਂ ਤੇ FIRs ਵੀ ਹੋਈਆਂ,
7 ਮਹੀਨਿਆਂ ਦੇ ਵਿੱਚ IAS ਆਫੀਸਰਸ ਤੱਕ ਵੀ FIRs ਹੋਈਆਂ ਨੇ, ਚਾਹੇ ਕਰਪਸ਼ਨ ਦੇ ਵਿੱਚ ਕੋਈ ਇਨਵੋਲਵ ਜੀ, ਸੀਗਾ, ਚਾਹੇ ਕੋਈ ਕਿਸੇ ਨੂੰ ਏਡ ਕਰ ਰਿਹਾ ਸੀਗਾ, ਹਰੇਕ ਨੂੰ। ਕਿਉਂਕਿ ਜਿਹੜਾ ਹੀ, ਕਿਉਂਕਿ ਇਹਦੇ 'ਚ ਹਰ ਚੀਜ਼, ਚਾਹੇ ਕੋਈ ਕਰਪਟ ਆਫੀਸਰ ਹੈ ਉਹ ਵੀ ਇਸ ਚੀਜ਼ ਨੂੰ ਏਡ ਕਰਦਾ ਹੈ, ਚਾਹੇ ਕਰਪਸ਼ਨ ਵੀ ਇਹਦੇ ਵਿੱਚ ਮੁੱਖ ਕਾਰਨ ਹੋ ਸਕਦਾ ਇਹਨੂੰ ਫੈਲਾਉਣ ਵਾਸਤੇ ਜਾਂ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ। ਕੋਈ ਹਰੇਕ ਪਾਸੇ ਕੋਈ ਵੀ ਬਲੈਕ ਸ਼ਿਪ ਸੀਗਾ, ਚਾਹੇ ਪੁਲਿਸ ਦੇ ਆਧਾਰ 'ਚ ਸੀਗਾ, ਚਾਹੇ ਕਿਸੇ ਹੋਰ ਰੂਪ ਦੇ ਵਿੱਚ ਸੀਗਾ, ਉਹਨਾਂ ਦੇ ਖਿਲਾਫ ਸੇਮ ਕਾਰਵਾਈ ਕੀਤੀ ਜਾ ਰਹੀ ਹੈ ਤੇ ਲਗਾਤਾਰ ਕੰਟੀਨਿਊ ਹੈ। ਦੂਸਰੀ ਗੱਲ ਕਿ ਇਨਫੋਰਸਮੈਂਟ ਕਿਹਨਾਂ ਉਹ ਕਰਵਾਉਣੀ ਹੈ, ਪੁਲਿਸ ਦੇ ਕੋਲ ਇਨਫੋਰਸਮੈਂਟ ਕਰਵਾਉਣੀ ਹੈ, ਗਰਾਊਂਡ ਲੈਵਲ ਦੇ ਉੱਤੇ ਜਿਹੜੀ ਚੱਲਣੀ ਹੈ। ਸੀਕ੍ਰੇਟ ਇਨਫੋਰਮੇਸ਼ਨਸ ਵੀ ਲਿੱਤੀਆਂ ਜਾ ਰਹੀਆਂ ਨੇ, ਪੁਲਿਸ ਆਪ ਦਾ ਕੰਮ ਕਰ ਰਹੀ ਹੈ। ਹੋ ਸਕਦਾ ਹੈ ਕਿਸੇ ਏਰੀਆ ਦੇ ਵਿੱਚ ਤੁਸੀਂ ਘੱਟ ਇਹਦੀ ਜਿਹੜੀ ਸਪੀਡ ਥੋੜੀ ਸਲੋ ਹੋਵੇ, ਕਿਤੇ ਫਾਸਟ ਹੋਵੇ। ਇਹਦੇ 'ਚ 2 ਚੀਜ਼ਾਂ ਹੁੰਦੀਆਂ ਸਰ। NDPS ਐਕਟ ਜਿਹੜਾ ਹੈ ਨਾ, ਉਹਦੇ ਵਿੱਚ 3-4 ਜਿਹੜੀ ਮੈਂਡੇਟਰੀ ਪ੍ਰੋਵੀਜ਼ਨਸ ਨੇ, ਪ੍ਰੋਫੈਸਰ ਸਾਹਿਬ ਭਲੀ ਭਾਂਤੀ ਸਮਝਦੇ ਹੋਣਗੇ। ਉਹਦੇ 'ਚ ਕਈ ਸੈਕਸ਼ਨ ਇਹੋ ਜਿਹੇ ਆ ਕਿ ਜਦੋਂ ਤੱਕ ਉਹਦੇ ਕੋਲ ਡਾਇਰੈਕਟ ਰਿਕਵਰੀ ਨਹੀਂ ਹੁੰਦੀ, ਉਹਨੂੰ ਇਨਵੋਲਵ ਕਰਨਾ ਬੜਾ ਔਖਾ ਹੁੰਦਾ ਐਕਟ ਦੇ ਵਿੱਚ। ਸੋ ਕਈ ਕਿਤੇ ਨਾ ਕਿਤੇ ਪੁਲਿਸ ਵੀ ਉਸ ਚੀਜ਼ ਦੀ ਉਡੀਕ ਕਰਦੀ ਹੁੰਦੀ ਹੈ ਕਿ ਕਿਤੇ ਨਾ ਕਿਤੇ ਡਾਇਰੈਕਟ ਕੋਈ ਐਵੀਡੈਂਸ ਮਿਲੇ ਜਾਂ ਕੋਈ ਰਿਕਵਰੀ ਹੋਵੇ ਤਾਂ ਉਹਦੇ ਖਿਲਾਫ ਪ੍ਰੋਸੀਡਿੰਗ ਇਨੀਸ਼ੀਏਟ ਕੀਤੀ ਜਾਵੇ, ਤਾਂ ਜਾਂ ਉਹਨੂੰ ਚੇਨ ਬਣਾ ਕੇ ਐਂਡ ਤੱਕ ਪਹੁੰਚਿਆ ਜਾਵੇ। ਸੋ ਮਾਨ ਸਰਕਾਰ ਵੱਲੋਂ ਇੱਕ ਚੀਜ਼ ਕੰਪਲੀਟ ਹੋਈ ਹੈ, ਚਾਹੇ ਪਿਛਲੀਆਂ ਸਰਕਾਰਾਂ ਸੀਗੀਆਂ, ਉਸ ਤੋਂ ਪਿਛਲੀਆਂ ਸਰਕਾਰਾਂ ਸੀਗੀਆਂ। 2 ਚੀਜ਼ਾਂ ਪਹਿਲਾਂ ਉੱਠ ਕੇ ਆਉਂਦੀਆਂ ਸੀਗੀਆਂ ਕਿ ਝੂਠੇ ਪਰਚੇ ਨਸ਼ੇ ਦੇ ਬਹੁਤ ਹੁੰਦੇ ਸੀਗੇ। 7 ਮਹੀਨਿਆਂ ਦੇ ਵਿੱਚ ਇੱਕ ਵੀ ਤੁਹਾਡੇ ਕੋਲ ਚੈਨਲ ਦੇ ਸਾਹਮਣੇ ਇੱਕ ਵੀ ਐਡਿਕਟ ਆ ਕੇ ਨਹੀਂ ਬੋਲਿਆ ਹੋਏਗਾ, ਪਰਿਵਾਰ ਦਾ ਜੀ ਨਹੀਂ ਬੋਲਿਆ ਕੋਈ ਸਾਡੇ ਖਿਲਾਫ ਨਸ਼ੇ ਦਾ ਪਰਚਾ ਦਰਜ ਹੋਇਆ। ਨਹੀਂ ਤਾਂ ਹਰ ਸਾਲ ਹਰ ਰੋਜ਼ ਪ੍ਰੈਸ ਕਾਨਫਰੰਸਿਸ ਹੁੰਦੀਆਂ ਸੀ, ਹਰ ਸ਼ਹਿਰ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ ਸਾਡੇ ਖਿਲਾਫ ਨਸ਼ੇ ਦਾ ਝੂਠਾ ਪਰਚਾ ਦਰਜ ਕਰ ਦਿੱਤਾ ਗਿਆ। ਉਦੋਂ FIR ਸਪੀਡ ਦੇ ਨਾਲ ਹੁੰਦੀਆਂ ਸੀਗੀਆਂ, ਲਗਾਤਾਰ ਝੂਠੇ ਬੰਦੇ ਇਨਵੋਲਵ ਕੀਤੇ ਜਾਂਦੇ ਸੀਗੇ। ਇਸ ਵਾਰ ਕੋਈ ਵੀ ਇੱਕ ਇਨਸੀਡੈਂਟ ਵੀ ਰਿਪੋਰਟ ਨਹੀਂ ਕੀਤਾ ਗਿਆ ਜਿਹਦੇ ਖਿਲਾਫ ਉਹਨਾਂ ਨੇ ਕਿਹਾ ਕਿ ਸਾਡੇ ਖਿਲਾਫ ਝੂਠਾ ਪਰਚਾ ਦਰਜ ਹੋਇਆ। ਜਿਹੜੇ ਇਨਵੋਲਵ ਹੈ, ਡੀਪਲੀ ਇਨਵੋਲਵ ਹੈ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਕੋਈ ਬਾਹਰੋਂ ਏਡ ਕਰ ਰਿਹਾ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਬਾਕੀ ਪ੍ਰੋਫੈਸਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਵੀ ਇੱਕ ਵਨ ਆਫ ਦਾ ਸੋਲੂਸ਼ਨ ਹੈਗਾ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਸਰਕਾਰਾਂ ਉਹਦੇ ਤੇ ਵੀ ਕੰਮ ਕਰਦੀਆਂ, ਪੁਲਿਸ ਦੇ ਕੋਈ ਸੀਕ੍ਰੇਟ ਜਿਹੜੀ ਇਨਫੋਰਮੇਸ਼ਨ ਹੁੰਦੀਆਂ ਉਹ ਵੀ ਰਿਸੀਵਸ ਕਰਦੀਆਂ ਨੇ। ਪੁਲਿਸ ਨੇ ਆਪਦੇ ਆਪਣੇ ਏਜੰਟਸ ਰੱਖੇ ਹੁੰਦੇ ਆ ਰਿਸੀਵ ਕਰਨ ਵਾਸਤੇ, ਤਾਂ ਕਿ ਕੋਈ ਵੀ ਬੰਦਾ ਆਪਣੀ ਕੋਈ ਪਰਸਨਲ ਰੰਜਿਸ਼ ਕੱਢਣ ਵਾਸਤੇ ਕਿਸੇ ਦਾ ਨਾਮ ਨਾ ਲਵੇ। ਇਹ ਵੀ ਕੋਈ ਚੱਲਦਾ ਹੈ ਤਾਂ ਕਿ ਕਿਸੇ ਨੂੰ ਕੋਈ ਗਲਤ ਇਨਵੋਲਵ ਨਾ ਕੀਤਾ ਜਾਵੇ। ਹਰ ਪਾਸਿਓਂ ਤੁਸੀਂ ਦੇਖੋ, ਕਿਸੇ ਦੇ ਕੋਲ ਵੀ ਅਗਰ ਕੋਈ ਰਿਕਵਰੀ ਹੋ ਰਹੀ, ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ, ਉਹਦੀ ਡੀਪਲੀ ਇਨਵੈਸਟੀਗੇਟ ਕੀਤੀ ਜਾ ਰਹੀ ਹੈ। ਹਾਂ, ਮੁਕੰਮਲ ਤੌਰ ਤੇ ਖਤਮ ਨਹੀਂ ਹੋਇਆ ਨਸ਼ਾ ਪੰਜਾਬ ਦੇ ਵਿੱਚ, ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕਮਿਟਮੈਂਟ ਹੈ ਪੰਜਾਬ ਦੇ ਨਾਲ ਕਿ ਜੋ ਨਸ਼ਾ ਹੈ ਬਿਲਕੁਲ ਕੰਪਲੀਟ ਖਤਮ ਕੀਤਾ ਜਾਏਗਾ। ਜਿਹੜੇ ਵੀ ਇਹਦੇ ਨਾਲ ਇਨਵੋਲਵ ਨੇ, ਜਾਂ ਚਾਹੇ ਡਾਇਰੈਕਟਲੀ ਚਾਹੇ ਉਹ ਇਨਡਾਇਰੈਕਟਲੀ, ਹਰੇਕ ਦੇ ਖਿਲਾਫ ਸੇਮ ਕਾਰਵਾਈ ਕੀਤੀ ਜਾਏਗੀ, ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਤੇ ਸ਼ਸ਼ੀਵੀਰ ਜੀ ਕਿ ਤੁਸੀਂ ਬੜੀ ਬੇਬਾਕ ਤਰੀਕੇ ਨਾਲ ਅੱਜ ਵਾਲੇ ਮੁੱਦੇ ਤੇ ਆਪਣੀ ਵਿਚਾਰ ਰੱਖੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਤਾਂ ਇਹ ਸੀ ਪ੍ਰੋਫੈਸਰ ਮਨਜੀਤ ਸਿੰਘ ਜੀ ਤੇ ਉਹਨਾਂ ਦੇ ਨਾਲ ਐਡਵੋਕੇਟ ਸ਼ਸ਼ੀਵੀਰ ਜੀ। ਤੇ ਬਿਲਕੁਲ ਜਿਵੇਂ ਕਹਿਣਾ ਹੈ, ਸ਼ਸ਼ੀਵੀਰ ਜੀ ਕਹਿੰਦੇ ਕਿ ਵਾਕਈ ਬਿਲਕੁਲ ਅਸੀਂ ਨਕੇਲ ਪਾ ਕੇ ਰਹਾਂਗੇ, ਨਸ਼ਿਆਂ ਨੂੰ ਪੂਰੀ ਤਰੀਕੇ ਨਾਲ ਪੰਜਾਬ ਤੋਂ ਖਤਮ ਕਰਕੇ ਰੱਖਾਂਗੇ। ਤੇ ਉਧਰ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਕਿ DGP ਸਾਹਿਬ ਨੇ ਜਦੋਂ ਇਹ ਸਰਚ ਆਪਰੇਸ਼ਨ ਤੋਂ ਬਾਅਦ ਕੀ ਕੁਛ ਕਿਹਾ ਪ੍ਰੈਸ ਨਾਲ ਜਦੋਂ ਮੁਖਾਤਬ ਹੋਏ। ਆਓ ਸੁਣ ਲੈਂਦੇ ਹਾਂ ਪਹਿਲਾਂ। ਸਰ ਅੱਗੇ ਨਹੀਂ ਜਾ ਰਹੇ ਅਸੀਂ, ਤੁਸੀਂ ਪਲੀਜ਼ ਆ ਰੱਖੋ। ਸਰ ਕੀ ਹਾਂਜੀ ਸਰ ਪੰਜਾਬ ਦੇ ਵਿੱਚ ਸਟੇਟ ਲੈਵਲ ਦਾ ਅਸੀਂ ਜਿਹੜਾ ਕੋਆਰਡੀਨੇਟ ਐਂਡ ਸਰਚ ਆਪਰੇਸ਼ਨ ਕੀਤਾ ਗਿਆ ਹੈਗਾ। ਹਾਂਜੀ, ਸਾਰੇ ਪੰਜਾਬ ਦੇ ਵਿੱਚ ਸੀਨੀਅਰ ਆਫੀਸਰ, ਐਡੀਸ਼ਨਲ DGP, IGP ਰੈਂਕ ਦੇ ਆਫੀਸਰਸ ਨੂੰ ਇੱਕ ਡਿਸਟ੍ਰਿਕਟ ਅਸੀਂ ਸੁਪਰਵਾਈਜ਼ ਕਰਨ ਲਈ ਦਿੱਤਾ ਹੈਗਾ। ਓਕੇ ਜੀ। ਤੇ ਐਂਟੀ ਸੋਸ਼ਲ ਐਲੀਮੈਂਟਸ, ਡਰੱਗ ਸਮਗਲਰਸ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ। ਸਟੇਟ ਪੱਧਰ ਆਪਰੇਸ਼ਨ ਹੈਗਾ। ਇਸ ਦੇ ਵਿੱਚ ਜਿਹੜੀ ਵਿਸ਼ੇਸ਼ਤਾ ਹੈਗੀ ਕਿ ਅਸੀਂ ਕ੍ਰਾਈਮ ਡੇਟਾ ਪਹਿਲੇ ਐਨਾਲਾਈਜ਼ ਕੀਤਾ ਹੈ। ਕ੍ਰਾਈਮ ਡੇਟਾ ਕਢਾ ਕੇ ਅਸੀਂ ਹੌਟ ਸਪੌਟਸ, ਹਰ ਡਿਸਟ੍ਰਿਕਟ ਦੇ ਵਿੱਚ ਹੌਟ ਸਪੌਟਸ ਆਈਡੈਂਟੀਫਾਈ ਕੀਤੇ ਹੈਗੇ ਜਿੱਥੇ ਕ੍ਰਿਮੀਨਲਸ ਦਾ ਜ਼ਿਆਦਾ ਜਿਹੜਾ ਇੰਪੈਕਟ ਹੁੰਦਾ ਹੈ। ਆਈਡੀਆ ਇਜ਼ ਕਿ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈਗੀ, ਮੂਵਮੈਂਟ ਹੈਗੀ, ਉਹ ਵਿਜ਼ੀਬਲ ਹੋਵੇ, ਇੱਕ ਇੰਪੈਕਟ ਹੋਵੇ, ਲੋਕਾਂ ਦੇ ਵਿੱਚ ਪਬਲਿਕ ਕੌਨਫੀਡੈਂਸ ਵਧਾਇਆ ਜਾਵੇ। ਇਸ ਦੇ ਨਾਲ ਦੇ ਨਾਲ ਜਿਹੜਾ ਹੈਗਾ ਕੰਪਲੀਟ ਫਸਟ ਕੋਈ ਗੱਲ ਨਹੀਂ। ਇਸ ਦੇ ਨਾਲ ਦੀ ਨਾਲ ਅਸੀਂ ਇੱਕ ਸਪੈਸ਼ਲ ਮੁਹਿੰਮ ਚਲਾ ਰਹੇ ਹੈਗੇ, ਜਿਹੜੇ ਤੁਸੀਂ ਪੜ੍ਹਿਆ ਹੋਣਾ, ਚੀਫ ਮਿਨਿਸਟਰ ਸਾਹਿਬ ਦੇ ਆਰਡਰਸ ਆਏ ਹੈਗੇ। ਇਹ ਗਵਰਨਮੈਂਟ, ਪੰਜਾਬ ਗਵਰਨਮੈਂਟ ਦਾ ਫੈਸਲਾ ਹੋਇਆ ਹੈ ਕਿ ਅਮਨ ਤੇ ਸ਼ਾਂਤੀ ਨੂੰ ਬਣਾਏ ਰੱਖਣ ਲਈ ਅਸੀਂ ਇੱਕ ਵੱਡੇ ਪੱਧਰ ਦੀ ਆਰਮਸ ਲਾਇਸੈਂਸ ਵੈਰੀਫਿਕੇਸ਼ਨ ਡਰਾਈਵ ਸ਼ੁਰੂ ਕਰ ਰਹੇ ਹੈਗੇ ਇਨ ਕੋਆਰਡੀਨੇਸ਼ਨ ਵਿਦ ਡਿਸਟ੍ਰਿਕਟ ਮੈਜਿਸਟ੍ਰੇਟਸ ਐਂਡ ਡਿਪਟੀ ਕਮਿਸ਼ਨਰਸ, ਕਿ ਜਿਹੜੇ ਵੀ ਪੂਰੇ ਸੂਬੇ ਦੇ ਵਿੱਚ ਜਿੰਨੇ ਆਰਮਸ ਲਾਇਸੈਂਸ ਇਸ਼ੂ ਹੋਏ ਹੈਗੇ ਉਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਊਗੀ। ਅਗਲੇ 3 ਮਹੀਨੇ ਤੱਕ ਕੋਈ ਵੀ ਨਵੇਂ ਆਰਮਸ ਲਾਇਸੈਂਸ ਨਹੀਂ ਇਸ਼ੂ ਕੀਤੇ ਜਾਣਗੇ। ਜਿਹੜੇ ਲਾਇਸੈਂਸ ਇਸ਼ੂ ਹੋਏ ਹੈਗੇ ਐਕਚੁਅਲੀ ਕਿਉਂਕਿ ਸ਼ਿਕਾਇਤਾਂ ਆ ਰਹੀਆਂ ਕਿ ਫੇਕ ਐਡਰੈਸਸ ਤੇ ਬਣੇ ਹੈਗੇ, ਤੇ ਉਹਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਕੇ ਆਰਮਸ ਲਾਇਸੈਂਸਸ ਦੀ, ਤੇ ਇਹ ਵੀ ਦੇਖਿਆ ਜਾਊਗਾ ਕਿ ਜਿੱਥੇ ਥ੍ਰੈਟ ਪਰਸੈਪਸ਼ਨ ਹੈ, ਜਿਨ੍ਹਾਂ ਨੂੰ ਅਸਲੇ ਦੀ ਲੋੜ ਹੈ, ਜਿੱਥੇ ਲੋੜ ਪਏਗੀ ਅਸੀਂ ਆਰਮਸ ਲਾਇਸੈਂਸਸ ਕੈਂਸਲ ਕਰਾਂਗੇ। ਪਬਲਿਕ ਕੈਰਿੰਗ ਆਫ ਵੈਪਨਸ, ਪਬਲਿਕ ਡਿਸਪਲੇ ਆਫ ਵੈਪਨਸ whether in social media or physically has been banned।
ਇਸ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ। ਸਾਡੀ ਇਹ ਡਰਾਈਵ ਅੱਗੇ ਚੱਲੂਗੀ। ਹੇਟ ਕ੍ਰਾਈਮ ਦੇ ਅਗੇਂਸਟ, ਕਿਸੇ ਵੀ ਕਮਿਊਨਿਟੀ ਦੇ ਅਗੇਂਸਟ ਕੋਈ ਸਪੈਸੀਫਿਕ ਗੱਲ ਜੇ ਕਹੀ ਜਾਊਗੀ ਉਸ ਤੇ ਸਟ੍ਰਿਕਟ ਲੀਗਲ ਐਕਸ਼ਨ ਲਿਆ ਜਾਊਗਾ। ਸਰ ਸੋਸ਼ਲ ਮੀਡੀਆ ਤੇ ਲਗਾਤਾਰ ਫੋਟੋ ਵਾਇਰਲ ਹੋ ਰਹੀਆਂ ਨੇ ਕਿ ਗਾਣੇ ਬੈਨ ਕੀਤੇ ਜਾਣਗੇ, ਕਿਉਂ ਚਲੇਗਾ? ਦੇਖੋ ਜੀ, ਇਹਦੇ ਚ ਲੀਗਲ ਐਕਸ਼ਨ ਹੈਗਾ ਕਿ ਜਿਹੜੇ ਵੀ ਪਬਲਿਕ ਡਿਸਪਲੇ ਆਫ ਵੈਪਨਸ ਹੁੰਦਾ ਹੈ, ਪਬਲਿਕ ਡਿਸਪਲੇ ਆਫ ਆਰਮਸ ਹੁੰਦਾ ਹੈ, ਜਿੱਥੇ ਉਸ ਨੂੰ ਬੈਨ ਕੀਤਾ ਜਾਊਗਾ ਤੇ ਉਸ ਦੇ ਖਿਲਾਫ ਲੀਗਲ ਕਾਰਵਾਈ। ਸਰ ਇਹ ਤਾਂ ਗੱਲ ਠੀਕ ਹੈ, ਜਿਹੜੇ ਵੈਪਨਸ ਉੱਤਰ ਪ੍ਰਦੇਸ਼ ਤੋਂ, ਬਿਹਾਰ ਤੋਂ ਪੰਜਾਬ ਵਿੱਚ ਆ ਰਹੇ, ਇੱਕ ਮਿੰਟ, ਜਿਹੜੇ ਆਮ ਤੌਰ ਤੇ ਦੇਖਿਆ ਗਿਆ ਵੀ ਜਿਹੜੇ ਵੀ ਕ੍ਰਿਮੀਨਲਸ ਫੜੇ ਜਾਂਦੇ ਨੇ ਉਹਨਾਂ ਕੋਲੋਂ ਦੇਸੀ ਕੱਟਾ ਜਾਂ ਕੋਈ ਇਦਾਂ ਦੇ ਵੈਪਨ ਤੁਹਾਡੀ ਗੱਲ ਬਿਲਕੁਲ ਠੀਕ ਹੈ। ਤੁਸੀਂ ਸ਼ਾਇਦ ਧਿਆਨ ਦਿੱਤਾ ਹੋਣਾ, ਪਿੱਛੇ ਅਸੀਂ ਮੱਧ ਪ੍ਰਦੇਸ਼ ਦੇ ਵਿੱਚ ਆਪਰੇਸ਼ਨ ਕੀਤਾ ਸੀ। ਹਾਂਜੀ, ਕੀਤਾ ਸੀ। 80 ਇਲੀਗਲ ਵੈਪਨ, ਦੇਖੋ ਇਹ ਬੜੀ ਸਪਸ਼ਟ ਗੱਲ ਹੈ। ਹਾਂਜੀ। ਜਿਹੜਾ ਵੈਪਨ ਕ੍ਰਾਈਮ 'ਚ ਯੂਜ਼ ਹੋ ਰਿਹਾ ਜਾਂ ਲੀਗਲ ਹੈ ਜਾਂ ਇਲੀਗਲ ਹੈ। ਤਕਰੀਬਨ ਅਸੀਂ ਦੇਖਿਆ ਹੈ 60% ਜਿਹੜਾ ਡੇਟਾ ਹੈਗਾ, 60% ਕ੍ਰਾਈਮਸ ਦੇ ਵਿੱਚ ਲਾਇਸੈਂਸਡ ਆਰਮਸ ਯੂਜ਼ਡ ਹੁੰਦੇ ਆ, ਇਲੀਗਲ ਆਰਮਸ ਵੀ ਯੂਜ਼ਡ ਹੁੰਦੇ ਆ। ਇਸ ਤੋਂ ਇਲਾਵਾ ਅਸੀਂ ਦੇਖਿਆ ਕਾਫੀ, ਅਸੀਂ ਗਨ ਹਾਊਸਸ ਦੀ ਐਕਸਟੈਂਸਿਵ ਚੈਕਿੰਗ ਕਰਾਂਗੇ। ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਐਮੂਨੀਸ਼ਨ ਹੈਗਾ ਉਹ ਡਾਈਵਰਟ ਹੁੰਦਾ ਹੈ, ਜਿਹੜਾ ਲਿਸਿਟ ਐਮੂਨੀਸ਼ਨ ਹੈ। ਸਰ ਇਹਦੇ ਨਾਲ ਹੀ ਕੁਐਸਚਨ ਆ ਵੀ ਉਹਨੂੰ ਤੁਸੀਂ ਰੋਕਣ ਲਈ ਕੀ ਕਰੋਗੇ, ਜਿਹੜਾ ਬਾਹਰ, ਜਿਹੜਾ ਉੱਤਰ ਪ੍ਰਦੇਸ਼ ਤੋਂ ਆ ਰਿਹਾ, ਜਿਹੜੇ ਗਨ ਹਾਊਸਿਸ ਨੇ, ਇੱਕ ਗਨ ਹਾਊਸਿਸ ਨੇ ਉਹ ਤੋਂ ਲੈ ਕੇ ਮਤਲਬ ਕਿ ਜਿਹੜੀਆਂ ਬੁਲੇਟਸ ਵਗੈਰਾ ਹੁੰਦੀਆਂ ਨੇ ਉਹਨੂੰ ਨਜਾਇਜ਼ ਤੌਰ ਤੇ ਦੇ ਰਹੇ ਆ, ਮਤਲਬ ਕਿ ਤਾਂ ਹੀ ਇੰਨੀਆਂ ਬੁਲੇਟਸ ਉੱਥੋਂ ਨਹੀਂ ਆ ਸਕਦੀਆਂ, ਇੱਥੋਂ ਪ੍ਰੋਵਾਈਡ ਕਰਾ ਦੇ ਸਰ। ਮੈਂ ਕਹਿ ਰਿਹਾ ਜੀ, ਅਸੀਂ ਤਾਂ ਮੈਂ ਕਹਿ ਰਿਹਾ ਕਿ ਅਸੀਂ ਗਨ ਹਾਊਸਸ ਦੀ ਚੈਕਿੰਗ ਕਰਾਂਗੇ, ਅਸੀਂ ਉਹਨਾਂ ਦਾ ਸਟਾਕ ਚੈੱਕ ਕਰਾਂਗੇ, ਜਿੱਥੋਂ ਸਟਾਕ ਆਇਆ ਹੈ, ਅੱਗੇ ਕਿੱਥੇ ਸੇਲ ਹੋਇਆ ਹੈ, ਜੇ ਕਿਸੇ ਦਾ ਫਰਜ਼ੀ ਸੇਲ ਹੈਗਾ ਉਸ ਨੂੰ ਨੈਪ ਕਰਾਂਗੇ। ਆਈਡੀਆ ਆਇਆ ਹੈਗਾ, ਜਿਵੇਂ ਤੁਸੀਂ ਬਿਲਕੁਲ ਗੱਲ ਠੀਕ ਕਹੀ ਕਿ ਵੈਪਨ ਭਾਵੇਂ ਇਲੀਗਲ ਹੋਵੇ ਲੀਗਲ ਹੋਵੇ, ਐਮੂਨੀਸ਼ਨ ਜਿਹੜਾ ਹੈਗਾ ਮੋਸਟਲੀ ਲੀਗਲ ਐਮੂਨੀਸ਼ਨ ਯੂਜ਼ ਹੋ ਰਿਹਾ, ਸਰ ਤੁਸੀਂ ਜ਼ਿਆਦਾ ਇਲੀਗਲ ਐਮੂਨੀਸ਼ਨ ਮੈਨੂਫੈਕਚਰ ਨਹੀਂ ਹੋ ਰਿਹਾ। ਸਰ ਤੁਸੀਂ ਕਹਿ ਰਹੇ ਸੀਗੇ ਕਿ ਹੇਟ ਸਪੀਚੀਜ਼ ਨੇ ਜਿਹੜੀਆਂ ਉਹਨੂੰ ਅਸੀਂ ਬੈਨ ਕਰ ਰਿਹਾ, ਸਰ ਅੰਮ੍ਰਿਤਪਾਲ ਲਗਾਤਾਰ ਹੀ ਹੇਟ ਸਪੀਚੀਜ਼ ਕਰ ਰਿਹਾ, ਉਹਦੇ ਤੇ ਕੋਈ ਐਕਸ਼ਨ ਕਰ ਰਹੀ ਹੈ ਪੰਜਾਬ ਪੁਲਿਸ? ਦੇਖੋ ਜੀ, ਜੋ ਵੀ ਸ਼ਖਸ ਹੇਟ ਸਪੀਚ ਕਰੂਗਾ, ਅਸੀਂ ਇਹ ਇੱਕ ਬੈਲੈਂਸ ਹੈਗਾ ਡੈਮੋਕ੍ਰੇਸੀ, ਫਰੀडम ਆਫ ਐਕਸਪ੍ਰੈਸ਼ਨ ਦੇ ਵਿੱਚ ਤੇ ਨਾਲ ਜਿਹੜੀ ਹੇਟ ਸਪੀਚ ਦੇ ਵਿੱਚ। ਜੋ ਵੀ ਸ਼ਖਸ ਹੇਟ ਸਪੀਚ ਕਰੂਗਾ ਉਸ ਦੇ ਖਿਲਾਫ ਐਸ ਪਰ ਲਾਅ ਕਾਰਵਾਈ ਕੀਤੀ। ਸਰ ਪਿਛਲੇ ਕੁਝ ਦਿਨਾਂ ਤੋਂ ਦੇਖਣ ਲਈ ਆਇਆ ਕਿ ਜਿਹੜੇ ਗੈਂਗਸਟਰ ਆ ਇੱਥੇ ਵਾਰਦਾਤ ਕਰਦੇ ਨੇ, ਦਿੱਲੀ ਵਾਲੀ ਸਾਈਡ ਤੇ ਭੱਜ ਜਾਂਦੇ, ਦਿੱਲੀ ਪੁਲਿਸ ਉਹਨਾਂ ਨੂੰ ਫੜ ਲੈਂਦੀ ਹੈ। ਸਰ ਉਸ ਬਾਰੇ ਪੰਜਾਬ ਪੁਲਿਸ ਕੁਝ ਕਰ ਰਹੀ ਹੈ, ਕੋਈ ਇਦਾਂ ਦੀ ਗੱਲ? ਦੇਖੋ ਇਦਾਂ ਹੈਗਾ, ਫਸਟ ਆਫ ਆਲ ਕ੍ਰਾਈਮ ਜਿਹੜਾ ਹੈਗਾ ਸੀਮਲੈਸ ਹੈ, ਬਾਰਡਰਲੈਸ ਹੈ। ਕ੍ਰਾਈਮ ਜਿਹੜਾ ਕੋਈ ਬਾਰਡਰ ਤੇ ਕਨਫਾਈਨਡ ਨਹੀਂ ਹੈ। ਸਾਡਾ ਦਿੱਲੀ ਪੁਲਿਸ ਨਾਲ, ਹਰਿਆਣਾ ਪੁਲਿਸ ਨਾਲ ਸਾਡਾ ਚੰਗਾ ਕੋਆਰਡੀਨੇਸ਼ਨ ਹੈਗਾ, ਕਿਉਂਕਿ ਜਿਹੜਾ ਪੰਜਾਬ ਦਾ ਕ੍ਰਿਮੀਨਲ ਹੈਗਾ ਉਹ ਦਿੱਲੀ ਜਾ ਕੇ ਵੀ ਵਾਰਦਾਤ ਕਰਦਾ ਹੈ, ਦਿੱਲੀ ਦਾ ਕ੍ਰਿਮੀਨਲ ਇੱਥੇ ਆ ਕੇ ਵਾਰਦਾਤ ਕਰਦਾ ਹੈ। ਪੁਲਿਸ ਫੋਰਸ ਜਿਹੜੀ ਇੱਕ ਹੈਗੀ, ਸਾਰੀ ਸਟੇਟਾਂ ਦੀ ਪੁਲਿਸ ਫੋਰਸ ਓਕੇ। ਸਰ ਪੰਜਾਬੀ ਗਾਣੇ ਲੈ ਕੇ ਕਰ ਦੋ, ਪੰਜਾਬੀ ਗਾਣੇ ਲੈ ਕਰ ਦੋ, ਕਿ ਪੰਜਾਬੀ ਗਾਣੇ ਬੈਨ ਕੀਤੇ ਜਾਣਗੇ, ਸੈਂਸਰ ਕਰ ਦੋ। ਅਸੀਂ ਗਾਣੇ ਨਹੀਂ ਬੈਨ ਕਰ ਸਕਦੇ, ਇਹਦਾ ਸਟੇਟ ਗਵਰਨਮੈਂਟ ਇੱਕ ਮੈਕੈਨਿਜ਼ਮ ਬਣਾਊਗੀ, ਕਿਉਂਕਿ ਇਹ ਸਾਰਾ ਕੁਝ ਪੁਲਿਸ ਦੇ ਅਖਤਿਆਰ ਦੇ ਵਿੱਚ ਨਹੀਂ ਹੈਗਾ, ਸਟੇਟ ਗਵਰਨਮੈਂਟ ਦਾ ਡਿਸੀਜਨ ਹੈ। ਇਹਨੂੰ ਐਗਜ਼ਾਮਿਨ ਕਰਕੇ ਜਿਹੜੇ ਗਾਣੇ ਜਿਹੜੇ ਵਾਇਲੇਟ ਕਰਦੇ ਗਾਈਡਲਾਈਨਸ ਨੂੰ, ਉਹਨਾਂ ਨੂੰ ਬੈਨ ਕੀਤਾ ਜਾਊਗਾ। ਇਹ ਸਾਰੇ ਬਰਾਮਦ ਹੋਇਆ ਜੀ ਇੱਥੇ, ਤੁਸੀਂ ਅੱਜ ਰੇਡ ਕੀਤੀ, ਇੱਥੇ ਕੰਡਕਟ ਕੀਤੀ, ਕੀ ਇਹ ਬਰਾਮਦਗੀ ਹੋਈ ਆ ਜਾਂ ਹਲੇ ਸਿਰਫ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਦੇ ਉਹਨਾਂ ਨੂੰ ਸਿਰਫ ਕਿੱਥੇ ਆ? ਇੱਥੇ ਦੇਖੋ ਜੀ, ਮੈਂ ਤੇ ਤੁਹਾਨੂੰ ਸਟੇਟ ਪੱਧਰ ਆਪਰੇਸ਼ਨ ਬਾਰੇ ਦੱਸਿਆ ਕਿ ਅੱਜ ਅਸੀਂ ਸਟੇਟ ਲੈਵਲ ਤੇ ਹਰ ਜ਼ਿਲ੍ਹੇ ਦੇ ਵਿੱਚ ਇਹ ਹੋ ਰਿਹਾ। ਜਦੋਂ ਅਸੀਂ ਇੱਥੇ ਗੱਲ ਕਰ ਰਹੇ ਹਾਂ, ਪੂਰੇ ਪੰਜਾਬ ਦੇ ਵਿੱਚ ਇੱਕ ਕਾਰਡਨ ਸਰਚ ਆਪਰੇਸ਼ਨ ਹੋ ਰਿਹਾ ਹੈ ਤੇ ਕਿਤੇ ਜਿਵੇਂ ਹੁਣ ਮੈਨੂੰ ਦੱਸਿਆ ਗਿਆ ਕਿ 6 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ। 2 ਕੇਸਿਸ ਕਹਿੰਦੇ ਦੋ ਕੇਸਿਸ ਚ ਦੱਸੋ ਸੀ 12 ਗ੍ਰਾਮ। तो 12 ਗ੍ਰਾਮ ਹੈਰੋਇਨ ਦੀ ਰਿਕਵਰੀ ਹੁਣੇ ਹੋ ਗਈ ਹੈ ਇੱਥੇ। तो ਇਹ ਤਾਂ ਸਿਰਫ ਮਿਸਾਲ ਹੈ। ਸਾਡਾ ਏਮ ਹੈ ਕਿ ਲੋਕਾਂ ਦੇ ਵਿੱਚ ਪਬਲਿਕ ਕੌਨਫੀਡੈਂਸ ਐਸਟੈਬਲਿਸ਼ ਕਰਨਾ ਹੈ, ਪੁਲਿਸ ਦੀ ਪ੍ਰੈਜ਼ੈਂਸ ਹੋਣੀ ਚਾਹੀਦੀ। ਠੀਕ ਹੈ ਸਰ, ਥੈਂਕ ਯੂ। ਕਈ ਜਗ੍ਹਾ ਤੇ ਬੋਰਡ ਲੱਗੇ ਹੋਏ ਨੇ ਵੀ ਇੱਥੇ ਚਿੱਟਾ ਵਿਕਦਾ, ਚਿੱਟੀ ਕਲੋਨੀ ਆ, ਬੋਲੇ ਜਾਂਦਾ, ਉੱਥੇ ਕਿਉਂ ਨਹੀਂ ਰੇਡ ਹੁੰਦੀ ਹੈਗੀ? ਉਹ ਕਈ ਵਾਰ ਪੁਲਿਸ ਨੂੰ ਕਹਿ ਕੇ ਸਰਪੰਚ ਪੰਚ ਥੱਕ ਚੁੱਕੇ ਨੇ, ਉੱਥੇ ਕਿਉਂ ਨਹੀਂ ਰੇਡ ਹੁੰਦੀ ਪਈ? ਨਹੀਂ, ਅਸੀਂ ਹਰ ਥਾਂ ਤੇ ਰੇਡ ਕਰਾਂਗੇ, ਜਿਹੜੀ ਥਾਂ ਤੁਸੀਂ ਦੱਸੋਗੇ, ਕੋਈ ਵੀ ਪਬਲਿਕ। ਸਾਰੀ ਕਲਾਸ ਕੁਐਸਚਨ, ਮੇਰਾ ਓਪਨ ਇਨਵੀਟੇਸ਼ਨ ਹੈ, ਸਾਰੀ ਕਲਾਸ ਕੁਐਸਚਨ ਦੱਸੋ ਕਿੱਥੇ ਚਿੱਟਾ ਵਿਕ ਰਿਹਾ, ਅਸੀਂ ਰੇਡ ਕਰਾਂਗੇ। ਸਾਰੀ ਕਲਾਸ ਕੁਐਸਚਨ। ਅੱਗੇ ਪਹਿਲੇ ਡੀਜੀਪੀ ਸਾਹਿਬ ਨੇ ਇਹ ਆਰਡਰ ਕੀਤੇ ਸੀਗੇ ਵੀ ਜਿਹੜਾ ਵੀ ਥਾਣੇ ਦੇ ਵਿੱਚ ਐਂਟੀ ਨਾਰਕੋਟਿਕ ਸੈੱਲ ਜਾਂ ਕੋਈ ਹੋਰ ਏਜੰਸੀ ਫੜੇਗੀ, ਉਹਦੇ ਸੰਬੰਧਿਤ ਥਾਣੇ ਦੇ ਐਸਐਚਓ ਜਾਂ ਕੰਸਰਨ ਅਫਸਰਾਂ ਖਿਲਾਫ ਕਾਰਵਾਈ ਹੋਏਗੀ। ਸਰ ਇਹ ਜਿਹੜੀ ਮੁਹਿੰਮ ਸੀਗੀ, ਇਹ ਚੱਲੂਗਾ ਕਿ ਬੰਦ ਕਰ ਦਿੱਤੀ? ਦੇਖੋ ਜੀ, ਇਦਾਂ ਹੈ ਕਿ ਮੈਂ ਸਮਝਦਾ ਕਿ ਮਤਲਬ ਜੇ ਰਿਐਲਿਟੀ 'ਚ ਗੱਲ ਕਰੋ ਤਾਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਬਹੁਤ ਵੱਡੀ ਹੈ ਤੇ ਸਾਰੀ ਪੁਲਿਸ ਨੂੰ ਇਕਜੁੱਟ ਹੋ ਕੇ ਰਾਦਰ ਮੈਂ ਤੇ ਅਪੀਲ ਕਰਾਂਗਾ ਸੁਸਾਇਟੀ ਨੂੰ ਕਿ ਸਾਨੂੰ ਸੁਸਾਇਟੀ ਦੀ ਹੈਲਪ ਚਾਹੀਦੀ। ਇੱਕ ਬਹੁਤ ਅਸੀਂ ਜਿਹੜਾ ਹੈਗਾ ਨਸ਼ੇ ਤੇ ਕਾਬੂ ਕਰਾਂਗੇ ਤੇ ਸਾਡੀ ਸਾਰੀ ਯੂਨਿਟਸ। ਕਬੱਡੀ ਮੈਚ ਸ਼ੁਰੂ ਹੋਣ ਜਾ ਰਿਹਾ ਹੈ। ਬਿਲਕੁਲ, ਅੱਜ ਡੀਜੀਪੀ ਖੁਦ ਗੌਰਵ ਯਾਦਵ ਖੁਦ ਸਰਚ ਆਪਰੇਸ਼ਨ ਦੀ ਨੁਮਾਇੰਦਗੀ ਕਰ ਰਹੇ ਸੀ ਤੇ ਵਾਕਈ ਇਹੋ ਜਿਹੇ ਸਰਚ ਆਪਰੇਸ਼ਨ ਹੁੰਦੇ ਰਹਿਣੇ ਚਾਹੀਦੇ ਤਾਂ ਕਿ ਉਹ ਪ੍ਰੈਸ਼ਰ ਬਣਿਆ ਰਵੇ। ਪਰ ਇਹੋ ਜਿਹੀ ਸਰਚ ਆਪਰੇਸ਼ਨ ਮੈਨੂੰ ਲੱਗਦਾ ਕਿ ਲੋਕਾਂ ਦਾ ਵਿਸ਼ਵਾਸ ਜਿੱਤਣ ਦੇ ਵਿੱਚ ਵੀ ਕਾਮਯਾਬ ਹੋਣਗੇ। ਤੇ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਨਵੀਂ ਖਬਰ ਤੇ ਨਜ਼ਰ ਲੈ ਕੇ ਤੇ ਨਜ਼ਰੀਆ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।